पाकिस्तान ਦੇ ਵਿੱਚ ਵੈਸੇ ਵੀ ਉੱਥੇ ਹਾਲਾਤ ਬਹੁਤੇ ਸਾਜ਼ਗਰ ਨਹੀਂ ਕਿ ਸਰਕਾਰਾਂ ਕੋਈ ਟਿਕਦੀਆਂ ਨਹੀਂ ਕਿ ਸਰਕਾਰ ਟਿਕੇ ਤੇ ਕੋਈ ਗੱਲ ਬਣੇ। ਜਦੋਂ ਵੀ ਸਰਕਾਰ ਤਬਦੀਲੀ ਹੁੰਦੀ ਉੱਥੇ ਇਹੋ ਜਿਹੇ ਕੋਈ ਵਰਤਾਰੇ ਵਾਪਰਦੇ ਹੀ ਆ ਜੀ। ਬਟ ਜੇ ਅਗਲੀ ਗੱਲ ਕਰ ਲਈਏ, ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਵੀ ਵਿਵਾਦਾਂ ਦੇ ਵਿੱਚ ਘਿਰ ਗਿਆ। ਬੜੀ ਚਰਚਾ ਪਿਛਲੇ ਦਿਨਾਂ ਤੋਂ ਉਹਨਾਂ ਦੀ ਹੋਈ ਕਿ ਬਹੁਤ ਸਾਰੀਆਂ ਜ਼ਮੀਨਾਂ ਜਿਹੜੀਆਂ ਉਹਨਾਂ ਨੇ ਛੁਡਾਈਆਂ। ਭਗਤੂਪੁਰਾ ਦੀ ਜ਼ਮੀਨ ਨੂੰ ਲੈ ਕੇ ਵਿਵਾਦ ਜਿਹੜਾ ਚੱਲ ਰਿਹਾ ਉਹ ਅਸਲ ਦੇ ਵਿੱਚ ਹੈ ਕੀ ਹੈ? ਬੇਸਿਕਲੀ ਜਿਹੜਾ ਮੰਤਰੀ ਹੁੰਦਾ ਨਾ ਜੀ, ਜਿਹੜੀ ਵਿਧਾਨ ਸਭਾ ਉਹਦਾ ਕੰਮ ਹੈ ਕਾਨੂੰਨ ਬਣਾਉਣਾ, ਮੰਤਰੀ ਦਾ ਕੰਮ ਆਦੇਸ਼ ਜਾਰੀ ਕਰਨਾ। ਜੇ ਮੰਤਰੀ ਆਪ ਜਾ ਕੇ ਵੱਟ ਤੇ ਖਲੋ ਕੇ ਜਾ ਕੇ ਇਸ ਤਰ੍ਹਾਂ ਕੰਮ ਕਰਦਾ ਤੇ ਮੈਂ ਸੋਚਦਾ ਫਿਰ ਪ੍ਰਸ਼ਾਸਨ ਕਾਹਦੇ ਵਾਸਤੇ ਹੈ? ਡੀਸੀ ਐਸਡੀ ਮੈਸੇਜ ਵੀ ਤੁਹਾਨੂੰ ਭੇਜਣੇ ਚਾਹੀਦੇ। ਫਿਰ ਅਫਸਰਾਂ ਨੂੰ ਖਿੱਚੋ, ਅਫਸਰ ਜਾਣ ਜਾ ਕੇ ਕਬਜ਼ਾ ਲੈ ਕੇ ਤੁਹਾਨੂੰ ਉੱਥੇ ਦੱਸਣ ਵੀ ਅਸੀਂ ਕਬਜ਼ਾ ਲੈ ਲਿਆ ਤੇ ਜ਼ਮੀਨ ਬਾਹਰ ਠੀਕ ਹੈ ਸਾਡੇ ਕੋਲ। ਕਿਉਂ ਤੁਸੀਂ ਇੱਕ ਇੱਕ ਤੇ ਜਾਣਦੇ ਹੋ? ਕਿਉਂ ਨਹੀਂ ਇਕੱਠੀ ਕਾਰਵਾਈ ਕਰਦੇ ਤੁਸੀਂ? ਇਹ ਪਹਿਲੀ ਵਾਰੀ ਵੇਖਿਆ ਮੰਤਰੀ ਆਪ ਜਾ ਕੇ ਵੱਟ ਤੇ ਖਲੋਤਾ ਜੀ। ਜੇ ਕੋਈ ਅੱਕਿਆ ਕੋਈ ਗੋਲੀ ਮਾਰਦੇ ਫਿਰ ਕਰੂਗਾ ਉੱਥੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਕਰੰਟ ਅਫੇਅਰਸ ਦੇ ਵਿੱਚ ਵਿਸ਼ਵ ਭਰ ਦੇ ਸਰੋਤਿਆਂ ਦਾ ਸਵਾਗਤ ਹੈ। ਖਬਰਾਂ ਦੇ ਉੱਤੇ ਕਰਾਂਗੇ ਚਰਚਾ ਤੇ ਮੇਰਾ ਸਾਥ ਦੇਣਗੇ ਸੀਨੀਅਰ ਪੱਤਰਕਾਰ ਸਰਦਾਰ ਜਸਬੀਰ ਸਿੰਘ ਜੀ ਪੱਟੀ। ਸੋ ਉਹਨਾਂ ਨਾਲ ਫਤਿਹ ਦੀ ਸਾਂਝ ਪਾਉਂਦੇ ਹਾਂ ਤੇ ਕੁਝ ਅਹਿਮ ਖਬਰਾਂ ਤੇ ਕਰਦੇ ਹਾਂ ਚਰਚਾ। ਪੱਟੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਵੱਲੋਂ ਆਪ ਜੀ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੱਟੀ ਸਾਹਿਬ, ਸਭ ਤੋਂ ਪਹਿਲਾਂ ਬੜੀ ਇੱਕ ਦੁਖਦ ਖਬਰ ਜਿਹੜੀ ਆ ਉਹਦੇ ਉੱਤੇ ਚਰਚਾ ਕਰਾਂਗੇ ਕਿ 2 ਸਿੱਖਾਂ ਦੀ ਜਿਹੜੀ ਹੱਤਿਆ ਹੋਈ ਆ, ਉਹਦੇ ਸੰਬੰਧ ਦੇ ਵਿੱਚ ਕੀ ਕਹਿਣਾ ਚਾਹੋਗੇ? ਕਿਉਂ ਇਹ ਘਟਨਾਵਾਂ ਬਾਰ-ਬਾਰ ਜਿਹੜੀਆਂ ਆ ਉਹ ਵਾਪਰ ਰਹੀਆਂ ਨੇ ਤੇ ਪਾਕਿਸਤਾਨ ਦੀ ਇਹ ਘਟਨਾ ਜਿਹੜੀ ਆ ਇਹ ਸਾਹਮਣੇ ਆਈ ਆ ਹੁਣ? ਪਾਕਿਸਤਾਨ ਦੇ ਪਸ਼ਾਵਰ ਇਲਾਕੇ ਦੇ ਵਿੱਚ 2 ਸਿੱਖਾਂ ਰਣਜੀਤ ਸਿੰਘ ਤੇ ਕਬਲਜੀਤ ਜਿਹੜੇ ਵਪਾਰੀ ਬੰਦੇ ਸੀ, ਉਹਨਾਂ ਦੀ ਹੱਤਿਆ ਹੋਣੀ, ਉਹਨਾਂ ਦੀ ਕਤਲ ਹੋਣੇ, ਗੋਲੀਆਂ ਮਾਰ ਕੇ ਮਾਰ ਦੇਣਾ, ਇਹ ਮੰਦਭਾਗੀ ਘਟਨਾ ਵਾ ਜੀ। ਇਹਦੀ ਜਿੰਨੀ ਵੀ ਘੱਟ ਗਿਣਤੀਆਂ ਦੇ ਨਾਲ ਇਹ ਹੋ ਰਿਹਾ, ਜਿੰਨੀ ਵੀ ਨਿਖੇਧੀ ਕੀਤੀ ਜਾਵੇ ਉਨੀ ਥੋੜੀ ਜੀ। ਪਾਕਿਸਤਾਨ ਦੇ ਵਿੱਚ ਵੈਸੇ ਵੀ ਉੱਥੇ ਹਾਲਾਤ ਬਹੁਤੇ ਸਾਜ਼ਗਰ ਨਹੀਂ ਕਿ ਕਿਉਂਕਿ ਸਰਕਾਰਾਂ ਕੋਈ ਟਿਕਦੀਆਂ ਨਹੀਂ ਕਿ ਸਰਕਾਰ ਟਿਕੇ ਤੇ ਕੋਈ ਗੱਲ ਬਣੇ ਜੀ। ਜਦੋਂ ਵੀ ਸਰਕਾਰ ਤਬਦੀਲੀ ਹੁੰਦੀ ਉੱਥੇ ਇਹੋ ਜਿਹੇ ਕੋਈ ਵਰਤਾਰੇ ਵਾਪਰਦੇ ਹੀ ਆ ਤੇ ਫਿਰ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣਾ ਉਹ ਉਦੋਂ ਵੀ ਮਾੜੀ ਗੱਲ ਜੀ। ਭਾਵੇਂ ਕਿ ਉੱਥੇ ਪਸ਼ਾਵਰ ਦੇ ਸਿੱਖਾਂ ਨੇ ਬਕਾਇਦਾ ਤੌਰ ਤੇ ਰੋਸ ਮਾਰਚ ਵੀ ਕੀਤਾ ਤੇ ਇਮਰਾਨ ਖਾਨ ਨੇ ਇੱਕ ਸਖਤ ਟਿੱਪਣੀ ਕੀਤੀ ਆ ਜੀ। ਸ਼ਬਾਸ਼ ਸ਼ਰੀਫ ਨੇ ਸਖਤ ਟਿੱਪਣੀ ਕੀਤੀ ਕਿ ਇਹ ਅੱਤਵਾਦੀ ਕਰਾਰ ਦਿੱਤਾ, ਇਹਨੂੰ ਤੇ ਅਸੀਂ ਜਲਦੀ ਕਾਰਵਾਈ ਕਰਾਂਗੇ। ਇਹ ਕਿਤੇ ਪੱਟੀ ਸਾਹਿਬ ਇਮਰਾਨ ਖਾਨ ਦੇ ਗੱਦੀ ਤੋਂ ਲੈਣ ਨੂੰ ਲੈ ਕੇ ਤੇ ਨਵੀਂ ਸਰਕਾਰ ਬਣਨ ਨੂੰ ਲੈ ਕੇ ਇਹ ਕਿਤੇ ਇਸ ਤਰ੍ਹਾਂ ਦੀ ਘਟਨਾ ਵਾਪਰਨੀ ਕਿ ਸਿੱਖਾਂ ਨਾਲ ਜ਼ਿਆਦਾ ਨੇੜਤਾ ਜਿਹੜੀ ਕਰਤਾਰਪੁਰ ਕੋਰੀਡੋਰ ਖੋਲ੍ਹਣ ਕਰਕੇ ਵੀ ਹੋਈ, ਇਮਰਾਨ ਖਾਨ ਦੀ ਤਾਰੀਫ ਵੀ ਜਿਹੜੀ ਆ ਉਹ ਹੋਈ, ਇਸ ਚੀਜ਼ ਨੂੰ ਕਿਤੇ ਦਰਸਾਉਣ ਜਾਂ ਆਪਣਿਆਂ ਨੂੰ ਖੁਸ਼ ਕਰਨ ਵਾਸਤੇ ਘੱਟ ਗਿਣਤੀਆਂ ਤੇ ਅਟੈਕ ਦੇ ਨਾਲ ਵੀ ਕਿਤੇ ਨਾ ਕਿਤੇ ਗੱਲ ਜੁੜਦੀ ਨਜ਼ਰ ਆ ਰਹੀ ਹੈ? ਵੇਖੋ, ਇਹ ਤੇ ਸਮੇਂ ਦੀ ਭੁੱਖ ਦੀ ਬੁੱਕਲ ਛੁਪਿਆ ਪਈ ਤੇ ਜਾਂਚ ਸ਼ੁਰੂ ਹੋਏਗੀ ਫਿਰ ਪਤਾ ਲੱਗੇਗਾ ਕੀ ਹੈ। ਸਾਨੂੰ ਤੇ ਜਿਹੜੇ ਭਾਰਤ ਦੇ ਵਿੱਚ ਕਸ਼ਮੀਰ ਦੇ ਵਿੱਚ 1999 ਵਿੱਚ 35 ਸਿੱਖ ਕਤਲ ਕੀਤੇ ਗਏ ਸੀ ਉਹਦਾ ਇਨਸਾਫ ਨਹੀਂ ਮਿਲਿਆ। ਬਾਕੀ ਪਾਕਿਸਤਾਨ ਦੀ ਅਸੀਂ ਕੀ ਗੱਲ ਕਰਨੀ ਜੀ। ਉਹਦੇ ਵਿੱਚ ਬਕਾਇਦਾ ਤੌਰ ਤੇ ਅਮਰੀਕਾ ਦੇ ਰਾਸ਼ਟਰਪਤੀ ਨੇ ਆਪਣੀ ਕਿਤਾਬ 'ਚ ਲਿਖਿਆ ਸੀ ਵੀ ਇਹ ਕਾਰਾ ਭਾਰਤੀ ਏਜੰਸੀਆਂ ਦਾ ਹੋ ਸਕਦਾ ਵਾ ਜੀ। ਉਹਨੇ ਕਿਹਾ ਹੈਗਾ ਨਹੀਂ ਹੋ ਸਕਦਾ ਵਾ ਜੀ। ਇਸ ਕਰਕੇ ਉਹਨੇ ਸੰਕੇਤ ਦੇ ਦਿੱਤਾ ਜੇ ਸਾਨੂੰ ਆਪਣੇ ਦੇਸ਼ ਇਨਸਾਫ ਨਹੀਂ ਮਿਲਿਆ ਤੇ ਦੂਸਰੇ ਦੇਸ਼ 'ਚ ਇਨਸਾਫ ਦੀ ਅਸੀਂ ਮੰਗ ਕਰ ਸਕਦੇ ਹਾਂ, ਕਰਾਂਗੇ, ਡਟ ਕੇ ਕਰਾਂਗੇ ਔਰ ਸਾਨੂੰ ਅੱਗੇ ਇਨਸਾਫ ਮਿਲੇ ਜੀ। ਤੁਹਾਨੂੰ ਪਤਾ ਹੋਏਗਾ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਦੇ ਵਿੱਚ ਬਕਾਇਦਾ ਤੌਰ ਤੇ 2021 'ਚ ਇੱਕ ਜਿਹੜਾ ਪਸ਼ਾਵਰ 'ਚ ਹਕੀਮ ਸੀ, ਉਹ ਆਪਣੀ ਦੁਕਾਨ ਤੇ ਬੈਠਾ ਸੀ, ਆਪਣੇ ਕਲੀਨਿਕ ਤੇ ਬੈਠਾ ਸੀ, ਗੋਲੀ ਮਾਰ ਕੇ ਮਾਰਤਾ ਸੀ ਜੀ। ਫਿਰ 2018 ਦੇ ਸਿੱਖਾਂ ਦੇ ਇੱਕ ਹਰਮਨ ਪਿਆਰੇ ਆਗੂ ਸੀ ਚਰਨਜੀਤ ਸਿੰਘ, ਉੱਥੇ ਜੀ 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 ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਪਸ਼ਾਵਰ ਦੇ ਵਿੱਚ। 2020 ਜਿਹੜਾ ਸੀ ਉਹ ਸਿੱਖ ਨਿਊਜ਼ ਚੈਨਲ ਰਵਿੰਦਰ ਸਿੰਘ ਸੀਗੀ ਜੀ, ਉਹਨੂੰ ਗੋਲੀਆਂ ਮਾਰੀਆਂ ਗਈਆਂ ਸੀ। 2016 ਦੇ ਵਿੱਚ ਵੀ ਇੱਕ ਤਰੀਕੇ ਇਨਸਾਫ ਦੀ ਜਿਹੜੇ ਨੈਸ਼ਨਲ ਅਸੈਂਬਲੀ ਦਾ ਮੈਂਬਰ ਸੀਗਾ ਸਿੱਖ, ਉਹਨੂੰ ਗੋਲੀਆਂ ਮਾਰੀਆਂ ਗਈਆਂ ਸੀਗੀਆਂ। ਹਾਂਜੀ, ਮੇਰਾ ਮਤਲਬ ਇਹ ਨਵੀਂ ਘਟਨਾ ਨਹੀਂ ਕੋਈ ਵਾਪਰੀ, ਇਹ ਘਟਨਾ ਇਹੋ ਜਿਹੀ ਮਿਨੋਰਟੀ ਨਾਲ ਵਾਪਰਦੀਆਂ ਰਹਿੰਦੀਆਂ। ਪਰ ਅਸੀਂ ਕਹਿੰਦੇ ਹਾਂ ਵੀ ਇਹ ਘਟਨਾ ਨਹੀਂ ਵਾਪਰੀਆਂ। ਸਰਕਾਰਾਂ ਕਾਹਦੇ ਵਾਸਤੇ ਹੁੰਦੀਆਂ? ਸਰਕਾਰਾਂ ਦਾ ਕੰਮ ਇਹੀ ਹੁੰਦਾ। ਪਾਕਿਸਤਾਨ ਦੇ ਜੇ ਅੱਜ ਵੀ ਤਾਲਿਬਾਨ ਨਾਲ ਸੰਬੰਧਿਤ 40 ਦੇ ਕਬੀਰ ਜਿਹੜੀਆਂ ਅੱਤਵਾਦੀ ਜਥੇਬੰਦੀਆਂ ਹੈਗੀਆਂ ਨੇ ਜੀ, ਜਿਹਦੇ ਇੱਕ ਸੁਰ ਨਹੀਂ, ਇਹਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਆ। ਤੇ ਫਿਰ ਕਿਉਂ ਲਈ ਆ ਜੀ? ਕਾਰਨ ਤਾਂ ਘੱਟੋ ਘੱਟ ਦੱਸਿਆ ਤਾਂ ਕਿਉਂ ਮਾਰਿਆ ਗਿਆ ਇਹਨਾਂ ਨੂੰ।
ਇਹਨਾਂ ਨੇ ਕੀ ਲੈਣਾ ਉਹਨੇ ਕਿਸੇ ਨਾਲ? ਬਿਲਕੁਲ। ਕੋਈ ਜ਼ਮੀਨ ਦਾ ਝਗੜਾ ਨਹੀਂ, ਕੋਈ ਵੱਟ ਦਾ ਝਗੜਾ ਨਹੀਂ, ਕੋਈ ਗੱਲ ਇਹਨੂੰ ਮਾਰਿਆ ਗਿਆ ਮਿਨੋਰਟੀ ਕਰਕੇ। ਮਿਨੋਰਟੀ ਜੀ ਇੱਕ ਖੌਫ ਪੈਦਾ ਕਰੋ ਤੁਸੀਂ ਜੀ। ਚਲੋ ਭਾਰਤ ਸਰਕਾਰ ਨੇ ਵੀ ਰੋਲ ਉੱਥੇ ਜਿਹੜਾ ਸੀ ਉਹਨਾਂ ਨੂੰ ਜਿਹੜੀ ਜੇ ਉਹ ਨਖੇਦੀ ਕੀਤੀ ਹੈ ਤੇ ਮੰਗ ਕੀਤੀ ਵੀ ਦੋਸ਼ੀ ਨੂੰ ਫੜਿਆ ਜਾਵੇ ਜੀ। ਸਾਡੇ ਜਿਹੜੇ ਉੱਥੇ ਹਾਈ ਕਮਿਸ਼ਨ ਨੇ ਉਹਨਾਂ ਵੀ ਜਾ ਕੇ ਗੱਲ ਕੀਤੀ ਹੈ ਉੱਥੇ। ਸ਼੍ਰੋਮਣੀ ਕਮੇਟੀ ਨੇ ਵੀ ਮੰਗ ਕੀਤੀ ਹੈ ਫੜਿਆ ਜਾਵੇ ਇਹਨਾਂ ਨੂੰ, ਜਲਦੀ ਕਾਰਵਾਈ ਕੀਤੀ ਜਾਵੇ। ਲੇਕਿਨ ਸਵਾਲ ਇਹ ਪੈਦਾ ਉੱਥੇ ਤੁਸੀਂ ਗੱਲ ਕਰ ਲਈ ਹੋ ਜੂਗੀ ਕਾਰਵਾਈ, ਜਿਹੜੀਆਂ ਇੱਥੇ ਘਟਨਾਵਾਂ ਸਿੱਖਾਂ ਨਾਲ ਵਾਪਰੀਆਂ ਉਹਨਾਂ ਦਾ ਕੀ ਕਰੋਗੇ ਤੁਸੀਂ? ਜੀ। ਜੇ ਆਪਾਂ ਕਸ਼ਮੀਰ ਦੀ ਗੱਲ ਕਰ ਲਈਏ, ਕਸ਼ਮੀਰ ਦੇ ਵਿੱਚ 1950 ਦੇ ਵਿੱਚ 20% ਦੀ ਜਿਹੜੀ ਗਿਣਤੀ ਸੀ ਉਹ ਹਿੰਦੂਆਂ ਦੀ ਸੀ ਜੀ। 6 ਲੱਖ ਹਿੰਦੂ ਸਨ ਜਿਨ੍ਹਾਂ ਦੀ ਗਿਣਤੀ 5% ਦੀ ਰਹਿ ਗਈ 1980-90 ਤੱਕ ਆਉਂਦੇ ਜੀ। ਉਸ ਤੋਂ ਬਾਅਦ ਜਦੋਂ ਉੱਥੇ ਹਾਲਾਤ ਖਰਾਬ ਹੋਏ, ਜਦੋਂ ਪੰਜਾਬ ਦੇ 10 ਸਾਲ ਹਾਲਾਤ ਖਰਾਬ ਹੋਏ ਤੇ ਪੰਜਾਬ ਦੇ ਹਾਲਾਤ ਠੀਕ ਹੋਏ ਤੇ ਫਿਰ ਕਸ਼ਮੀਰ ਦੇ ਹਾਲਾਤ ਇੱਕਦਮ ਵਿਗੜੇ। ਇਹਦਾ ਮਤਲਬ ਮਗਰਲੇ ਪਾਸੇ ਕੋਈ ਏਜੰਸੀਆਂ ਇੰਟਰਨੈਸ਼ਨਲ ਏਜੰਸੀਆਂ ਕੰਮ ਕਰ ਰਹੀਆਂ ਨੇ ਜੀ। ਪਾਕਿਸਤਾਨ ਤੇ ਦੋਸ਼ੀ ਚਲਾਉਂਦੇ ਪੱਕੀ ਗੱਲ 'ਚ ਕੋਈ ਹੈਗਾ ਉੱਥੋਂ ਅੱਤਵਾਦੀ ਆਉਂਦੇ ਨੇ ਮਾਰ ਕੇ ਚਲੇ ਜਾਂਦੇ ਨੇ। ਬਿਲਕੁਲ। ਹੁਣ 30 ਸਾਲਾਂ ਤੋਂ 399 ਹੁਣ ਤੱਕ ਉੱਥੇ ਕਤਲ ਹੋ ਚੁੱਕੇ ਨੇ ਜਿਹੜੇ ਆ ਗੈਰ ਮੁਸਲਮ ਦੇ। ਜੀ। ਇੱਥੋਂ ਤੱਕ ਕਿ 1990 ਦੇ ਦਹਾਕੇ ਦੇ ਵਿੱਚ ਮਸਜਿਦਾਂ ਦੇ ਵਿੱਚੋਂ ਕਿਹਾ ਗਿਆ ਸੀ ਹਿੰਦੂਆਂ ਨੂੰ ਵੀ ਜਾਂ ਮੁਸਲਮਾਨ ਬਣ ਜਾਓ, ਜੇ ਮੁਸਲਮਾਨ ਨਹੀਂ ਬਣਨਾ ਤੇ ਇੱਥੋਂ ਛੱਡ ਕੇ ਚਲੇ ਜਾਓ। ਜੀ। ਬਹੁਤ ਸਾਰੇ ਜਿਹੜੇ ਹਿੰਦੂ ਸੀ ਛੱਡ ਕੇ ਆ ਗਏ ਤੇ ਉਹਨਾਂ ਦੀਆਂ ਜਾਇਦਾਦਾਂ ਤੇ ਫਿਰ ਉਹਨਾਂ ਕਬਜ਼ਾ ਕਬਜ਼ਾ ਕਰਨ ਵਾਲਿਆਂ ਨੇ। ਜੀ। ਚਲੋ ਠੀਕ ਆ, ਮੋਦੀ ਸਰਕਾਰ ਆਈ 3 ਸਾਲ ਪਹਿਲਾਂ 17,370 ਤੇ 35 ਇਹ ਖਤਮ ਕੀਤੀ। ਜੀ। ਉਹ ਖਤਮ ਕਰਨ ਤੋਂ ਬਾਅਦ ਉਹਨਾਂ ਨੇ ਹਾਲਾਤ ਸੁਧਾਰਨ ਦੀ ਗੱਲ ਕੀਤੀ। ਜੀ। ਉੱਥੇ 6000 ਬਕਾਇਦਾ ਤੌਰ ਤੇ ਫਲੈਟ ਬਣਾ ਕੇ ਦਿੱਤੇ ਵੀ ਜਿਹੜੇ ਹਿੰਦੂ ਆ ਕੇ ਰਹਿਣਾ ਚਾਹੁੰਦੇ ਇੱਥੇ ਆ ਕੇ ਰਹਿ ਸਕਦੇ ਨੇ। ਜੀ। ਉੱਥੋਂ ਦੀਆਂ ਸਰਕਾਰਾਂ ਦੇ ਲੀਡਰਾਂ ਨੇ ਵੀ ਕਿਹਾ ਵੀ ਅਸੀਂ ਇਹਨਾਂ ਲੋਕਾਂ ਨੂੰ ਜਿਹੜੇ ਸੀ ਤੇ ਵਾਪਸ ਦਿੰਦੇ, ਅਸੀਂ ਨਕਲ ਦੇ ਜ਼ਿਆਦਾਤਰ ਇਹਨਾਂ ਦੀਆਂ। ਜੀ। ਈਵਨ ਇੱਥੋਂ ਤੱਕ ਤੁਸੀਂ ਵੇਖ ਲਓ ਵੀ 4 ਜਿਹੜੇ ਸੀ 에ਅਰ ਫੋਰਸ ਦੇ ਅਧਿਕਾਰੀ ਤੇ 2 ਔਰਤਾਂ ਉਹਨਾਂ ਨਾਲ। ਜੀ। ਜਿਹੜਾ ਉਹਨਾਂ ਨੂੰ ਮਾਰਨ ਵਾਲਾ ਸੀ ਉੱਥੇ ਉਹਨੂੰ ਸਿਕਿਉਰਿਟੀ ਦਿੱਤੀ ਗਈ। ਸਭ ਤੋਂ ਜਿਹੜੀ ਹੈਰਾਨੀਜਨਕ ਚੀਜ਼ ਜੀ ਆ ਤੇ ਅਜੇ ਤੱਕ 30 ਸਾਲ ਹੋ ਗਏ ਉਹ ਮੁਕੱਦਮਾ ਦਰਜ ਨਹੀਂ ਹੋਇਆ। ਜੀ। ਜੀ। ਇਸ ਕਰਕੇ ਮੈਂ ਸੋਚਦਾ ਵੀ ਕਿਤੇ ਨਾ ਕਿਤੇ ਸਾਡੀਆਂ ਵੀ ਗਲਤੀਆਂ, ਸਾਡੀਆਂ ਏਜੰਸੀਆਂ ਜਿਹੜੀਆਂ ਨਾ ਉਹ ਗੜਬੜ ਕਰਦੀਆਂ ਨੇ, ਜਿਹੜੀਆਂ ਸਾਡੀਆਂ ਏਜੰਸੀਆਂ ਵੀ ਕਿਤੇ ਨਾ ਕਿਤੇ ਸ਼ੱਕ ਦੇ ਘੇਰੇ 'ਚ ਆਉਂਦੀਆਂ ਨੇ। ਜੀ। ਜੇ ਉਹ 4 에ਅਰ ਫੋਰਸ ਦੇ ਅਧਿਕਾਰੀ ਮਾਰੇ ਗਏ ਸੀ, 2 ਔਰਤਾਂ ਮਾਰ ਦਿੱਤੀਆਂ ਗਈਆਂ, ਉਹਨਾਂ ਦੀ ਅੱਜ ਕੱਲ੍ਹ ਤਾਂ ਐਫ ਆਈ ਦਰਜ ਕਿਉਂ ਨਹੀਂ ਕੀਤੀ ਗਈ? ਉਹਨਾਂ ਬਾਰੇ ਕਿਉਂ ਚੁੱਪ ਹੈ ਸਰਕਾਰ ਸਾਡੀ? ਹਾਂਜੀ। ਇਸ ਕਰਕੇ ਇਹ ਜਿਹੜੀਆਂ ਮਾਰ ਵਾਲੀਆਂ ਗੱਲਾਂ ਇਹ ਨਹੀਂ ਹੋਣੀਆਂ ਚਾਹੀਦੀਆਂ। ਸਰਕਾਰ ਚਾਹੁੰਦੀ ਹੈ, ਕੇਂਦਰ ਸਰਕਾਰ ਚਾਹੁੰਦੀ ਹੈ ਕਿ ਕਿਸੇ ਤਰੀਕੇ ਨਾਲ ਉੱਥੇ ਕਸ਼ਮੀਰ ਦੇ ਵਿੱਚ ਹਿੰਦੂ ਭਾਈਚਾਰਾ ਵਸਾਇਆ ਜਾਵੇ। ਰਾਹੁਲ ਭੱਟ ਦੀ ਜਿਸ ਤਰੀਕੇ ਨਾਲ ਜਾ ਕੇ ਸੁਰੱਖਿਆ ਜਿਹੜੀ ਕਿਸੇ ਉਹ ਦਫ਼ਤਰ ਤੋਂ ਜਾ ਕੇ ਗੋਲੀ ਮਾਰੀ ਗਈ ਹੈ, 2 ਨੌਜਵਾਨ ਆਏ ਗੋਲੀ ਮਾਰ ਕੇ ਚਲੇ ਗਏ, ਇੱਕ ਪੁਲਿਸ ਮੁਲਾਜ਼ਮ ਮਾਰਿਆ ਗਿਆ। ਹਾਂਜੀ। ਤੇ ਜੇ ਇਹ ਮਾਰੇ 2 ਬੰਦੇ ਉੱਥੇ ਮਾਰੇ ਗਏ ਤੇ ਫਿਰ ਕਿੱਥੇ ਬੈਠੀਆਂ ਸਾਡੀਆਂ ਸੁਰੱਖਿਆ ਫੋਰਸਸ? ਕਿਉਂ ਚਲੇ ਗਏ ਲੋਕ? ਚੱਪੇ ਤੇ ਆਰਮੀ ਲਾਈ ਆ ਕਸ਼ਮੀਰ ਦੇ ਵਿੱਚ। ਜੇ ਫਿਰ ਵੀ ਘਟਨਾਵਾਂ ਵਾਪਰਦੀਆਂ, ਜਿਹੜਾ ਇੱਕ ਉਤਸ਼ਾਹ ਜਾਗਿਆ ਸੀ ਹਿੰਦੂ ਭਾਈਚਾਰੇ ਦੇ ਵਿੱਚ ਵੀ ਅਸੀਂ ਚੱਲ ਵਾਪਸ ਜਾ ਕੇ ਉੱਥੇ ਮੁੜ ਉਸਵੇ ਦੀ ਗੱਲ ਕਰਦੇ ਹਾਂ, ਉਹ ਉਤਸ਼ਾਹ ਇੱਦਾਂ ਫਿਰ ਮੱਠਾ ਪੈ ਜਾਏਗਾ। ਜੀ। ਸਰਕਾਰ ਨੂੰ ਚਾਹੀਦਾ ਵੀ ਜਿਹੜੇ ਉਹੋ ਜਿਹੇ ਮਾੜੇ ਅਨਸਰ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ, ਭਾਵੇਂ ਹਿੰਦੁਸਤਾਨ 'ਚ ਤੇ ਭਾਵੇਂ ਪਾਕਿਸਤਾਨ 'ਚ। ਵੈਸੇ ਅੱਤਵਾਦ ਜਿਹੜਾ ਵਾ ਉਹ ਇਕੱਲੀ ਪੰਜਾਬ ਦੀ, ਹਿੰਦੁਸਤਾਨ ਦੀ, ਭਾਰਤ ਦੀ ਜਾਂ ਪਾਕਿਸਤਾਨ ਦੀ ਪ੍ਰੋਬਲਮ ਨਹੀਂ, ਇਹ ਇੰਟਰਨੈਸ਼ਨਲ ਪ੍ਰੋਬਲਮ ਬਣ ਚੁੱਕੀ ਆ ਜੀ, ਜਿਹਦਾ ਹੱਲ ਕਰਨਾ ਬਹੁਤ ਜ਼ਰੂਰੀ ਹੈ ਜੀ। ਬਟ ਜੇ ਅਗਲੀ ਗੱਲ ਕਰ ਲਈਏ, ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਵੀ ਵਿਵਾਦਾਂ ਦੇ ਵਿੱਚ ਘਿਰ ਗਿਆ। ਬੜੀ ਚਰਚਾ ਪਿਛਲੇ ਦਿਨਾਂ ਤੋਂ ਉਹਨਾਂ ਦੀ ਹੋਈ ਕਿ ਬਹੁਤ ਸਾਰੀਆਂ ਜ਼ਮੀਨਾਂ ਜਿਹੜੀਆਂ ਉਹਨਾਂ ਨੇ ਛੁਡਾਈਆਂ। ਭਗਤੂਪੁਰਾ ਦੀ ਜ਼ਮੀਨ ਨੂੰ ਲੈ ਕੇ ਵਿਵਾਦ ਜਿਹੜਾ ਚੱਲ ਰਿਹਾ ਉਹ ਅਸਲ ਦੇ ਵਿੱਚ ਹੈ ਕੀ ਆ? ਬੇਸਿਕਲੀ ਜਿਹੜਾ ਮੰਤਰੀ ਹੁੰਦਾ ਨਾ ਜੀ, ਜਿਹੜੀ ਵਿਧਾਨ ਸਭਾ ਉਹਦਾ ਕੰਮ ਹੈ ਕਾਨੂੰਨ ਬਣਾਉਣਾ, ਮੰਤਰੀ ਦਾ ਕੰਮ ਆਦੇਸ਼ ਜਾਰੀ ਕਰਨਾ ਜੀ। ਜੇ ਮੰਤਰੀ ਆਪ ਜਾ ਕੇ ਵੱਟ ਤੇ ਖਲੋ ਕੇ ਜਾ ਕੇ ਇਸ ਤਰ੍ਹਾਂ ਕੰਮ ਕਰਦਾ ਤੇ ਮੈਂ ਸੋਚਦਾ ਫਿਰ ਪ੍ਰਸ਼ਾਸਨ ਕਾਹਦੇ ਵਾਸਤੇ ਆ ਜੀ? ਡੀਸੀ ਐਸਡੀ ਮੈਸੇਜ ਵੀ ਘਰ ਨੂੰ ਭੇਜ ਦੇਣੇ ਚਾਹੀਦੇ। ਫਿਰ ਇਹ ਕੰਮ ਜਿਹੜੇ ਸਾਰੇ ਕਰਨ ਦੇ ਇੱਕੇ ਦਿਨ 'ਚ ਹੋ ਸਕਦੇ। ਜਦੋਂ ਇੱਕ ਜਗ੍ਹਾ ਮੰਤਰੀ ਜਾਂਦਾ ਉਹ ਕੰਮ ਕਰਦਾ ਜੀ 20 ਕਿੱਲੇ ਜ਼ਮੀਨ ਅਸੀਂ ਵਾਪਸ ਲੈ ਲਈ ਜੀ, 29 ਕਿੱਲੇ ਜ਼ਮੀਨ ਵਾਪਸ ਲੈ ਲਈ ਜੀ, 30 ਕਿੱਲੇ ਜ਼ਮੀਨ ਵਾਪਸ ਲੈ ਲਈ ਜੀ, ਅੱਜ ਅਸੀਂ 1200 ਏਕੜ ਤੱਕ ਪਹੁੰਚ ਕੇ ਵਾਪਸ ਲੈਣ ਦਾ। ਜ਼ਮੀਨ ਕਿਤੇ ਨਹੀਂ ਸੀ ਗਈ ਜੀ, ਤੁਹਾਡੇ ਅਫਸਰਾਂ ਦੀ ਤੇ ਸਰਕਾਰਾਂ ਦੇ ਨਾਲ ਲੱਗੀ ਸੀ। ਅਫਸਰਾਂ ਨੂੰ ਖਿੱਚੋ, ਅਫਸਰ ਜਾਣ ਜਾ ਕੇ ਕਬਜ਼ਾ ਲੈ ਕੇ ਤੁਹਾਨੂੰ ਉੱਥੇ ਦੱਸਣ ਵੀ ਅਸੀਂ ਕਬਜ਼ਾ ਲੈ ਲਿਆ ਤੇ ਆ ਜ਼ਮੀਨ ਵਾਹਤੀ ਤੇ ਸਾਡੇ ਕਬਜ਼ੇ 'ਚ ਆ ਗਈ ਹੈ। ਕਿਉਂ ਤੁਸੀਂ ਇੱਕ ਤੇ ਜਾਣਦੇ ਹੋ? ਕਿਉਂ ਨਹੀਂ ਇਕੱਠੀ ਕਾਰਵਾਈ ਕਰਦੇ ਤੁਸੀਂ ਜੀ? ਦੂਸਰੀ ਚੀਜ਼,
ਅਸੀਂ ਨਹੀਂ ਕਹਿ ਰਹੇ, ਰਾਜੇਵਾਲ ਸਾਹਿਬ ਕਹਿ ਰਹੇ ਨੇ, ਜੀ ਜਿਹੜੇ ਬੜੇ ਤਕੜੇ ਕਿਸਾਨ ਆਗੂ ਨੇ, ਜੀ ਉਹਨਾਂ ਕਿਹਾ ਵੀ ਗਰੀਬ ਕਿਸਾਨਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ। ਵੱਡੇ ਵੱਡੇ ਨਾਰਦ ਮੁਨੀਆਂ ਨੂੰ ਕੁਝ ਨਹੀਂ ਕਿਹਾ ਜਾ ਸਕਦਾ ਜੀ। ਉਹਨਾਂ ਨੇ ਕਿਹਾ ਜੀਰਕਪੁਰ ਲੈ ਲਓ, ਨਵਾਂ ਗਾਉਂ ਲੈ ਲਓ, ਮੋਹਾਲੀ ਲੈ ਲਓ, ਇਹ ਲਾਗੇ ਲਾਗੇ ਜਿਹੜੇ ਪਿੰਡ 'ਚ ਹੈਗੇ ਆ, ਇਲਾਕਾ ਹੈਗਾ ਵਾ, 26,000 ਏਕੜ ਜ਼ਮੀਨ ਦੇ ਉੱਤੇ ਸਾਡੀ ਅਫਸਰਸ਼ਾਹੀ ਨੇ ਤੇ ਪੋਲੀਟੀਕਲ ਬੰਦਿਆਂ ਨੇ ਕਬਜ਼ੇ ਕੀਤੇ ਤੇ ਉਹੀ ਛਡਾ ਲਓ, ਬੜੀ ਬਹਾਦਰੀ ਦੀ ਗੱਲ ਆ ਜੀ। ਬਾਕੀ ਪੰਜਾਬ ਛੱਡ ਦਿਓ, ਤੁਸੀਂ ਤੁਰ ਪਏ 2 ਏਕੜ ਤੇ, ਤੁਸੀਂ 10 ਏਕੜ ਤੇ, ਜਿੱਥੇ 26,000 ਏਕੜ ਦੀ ਉਧਰ ਮੂੰਹ ਤੋਂ ਕਿਉਂ ਨਹੀਂ ਕਰਦੇ ਤੁਸੀਂ? ਸ਼ਿਸ਼ਮਾ ਫਾਰਮ ਕੁਛ ਲਾਓ ਉੱਥੇ ਜ਼ਮੀਨ ਜਾ ਕੇ, ਸੁੱਖੋ ਸਾਲ ਬਲਾਸ ਦੀ ਗੱਲ ਕਰੋ ਤੁਸੀਂ ਜੀ, ਕਿਉਂਕਿ ਉਹ ਵੱਡੇ ਘਰਾਂ ਦੇ ਨੇ, ਰਜਵਾੜਿਆਂ ਤੇ ਮਹਾਰਾਜਿਆਂ ਦੇ ਨੇ ਜੀ। ਇਸ ਕਰਕੇ ਚਾਹੀਦਾ ਤੇ ਇਹਨਾਂ ਨੂੰ ਇਹ ਆ ਵੀ ਇਹ ਜਾ ਕੇ ਆਪਣੇ ਦਫ਼ਤਰ 'ਚ ਬੈਠਣ ਤੇ ਪ੍ਰਸ਼ਾਸਨ ਨੂੰ ਸਾਰੇ ਜ਼ਿਲ੍ਹੇ ਨੂੰ ਕਹਿਣ ਵੀ ਆਹ ਜ਼ਮੀਨ ਛਡਾ ਕੇ ਮੈਨੂੰ ਸ਼ਾਮ ਤੱਕ ਰਿਪੋਰਟ ਕਰੋ। ਇਹ ਪਹਿਲੀ ਵਾਰੀ ਵੇਖਿਆ ਮੰਤਰੀ ਆਪ ਜਾ ਕੇ ਵੱਟ ਤੇ ਖਲੋਤਾ ਜੀ। ਜੇ ਕੋਈ ਅੱਕਿਆ ਕੋਈ ਗੋਲੀ ਮਾਰਦੇ ਫਿਕਰ ਹੋਊਗਾ ਉੱਥੇ ਜੀ। ਆਪਣੀ ਸਿਕਿਉਰਿਟੀ ਦਾ ਬੰਦੋਬਸਤ ਕਰੋ। ਇਹ ਮਤ ਸੋਚੋ ਤੁਹਾਡੇ 4 ਮੁਲਾਜ਼ਮ ਹੈਗੇ ਆ, 50 ਮੁਲਾਜ਼ਮ ਲਾਜ਼ਮ ਫਿਕਰ ਤੁਸੀਂ। ਬਿਲਕੁਲ ਗਿਆਨ ਵਾਪੀ ਮਸਜਿਦ ਤੇ ਅਗਲੇ ਦਿਨ ਕਰਨੀ ਸੀ ਆਪਣੀ ਬਕਾਇਦਾ, ਸਿਰਫ ਵਿਰੋਧ ਵੀ ਕਿਸੇ ਨੇ ਕੀਤਾ। 1500 ਮੁਲਾਜ਼ਮ ਲਾਇਆ ਉੱਥੇ ਉਹਨਾਂ ਨੇ। ਇਸ ਕਰਕੇ ਜਿਹੜੀ ਭਗਤੂਪੁਰੀ ਦੀ ਤੁਸੀਂ ਗੱਲ ਕੀਤੀ ਆ, ਭਗਤੂਪੁਰੀ ਦੀ ਜ਼ਮੀਨ ਹੈ 32 ਕਨਾਲ 16 ਮਰਲੇ ਜੀ। ਇਹ ਅਲਫਾ ਸਿਟੀ 1 ਜਿਹੜਾ ਦੇ ਮਗਰਲੇ ਪਾਸੇ ਪੈਂਦੀ ਹੈ ਜੀ। ਇਹ ਜ਼ਮੀਨ 2016 ਵਿੱਚ ਮਤਾ ਪਾ ਕੇ ਇੱਕ ਬਿਲਡਰ ਨੂੰ ਦੇਣੀ ਸੀ। ਉਹਦੀ ਪ੍ਰਕਿਰਿਆ ਸ਼ੁਰੂ ਹੋ ਗਈ। ਪ੍ਰਕਿਰਿਆ ਸ਼ੁਰੂ ਹੁੰਦੀ ਆ ਕੇ ਹੁਣ ਪੂਰੀ ਹੋਈ ਜੀ। 8 ਅਪ੍ਰੈਲ ਨੂੰ ਬਕਾਇਦਾ ਤੌਰ ਤੇ ਉਹਦੀ ਰਜਿਸਟਰੀ ਵੀ ਹੋਈ ਜੀ। ਜਦੋਂ ਕਿ ਸਰਕਾਰ ਕਿਹਦੀ ਆ? ਆਮ ਆਦਮੀ ਪਾਰਟੀ ਦੀ। ਭਾਈ ਤੁਹਾਨੂੰ ਨਹੀਂ ਪਤਾ ਲੱਗਾ ਵੀ ਉੱਥੇ ਕਿਵੇਂ ਦੀ ਕੀਮਤ ਹੈਗੀ ਆ? 3.25 ਕਰੋੜ ਏਕੜ ਜਿਹੜੀ ਜ਼ਮੀਨ ਸੀਗੀ ਜਿਹਦੀ ਕੀਮਤ, ਉਹ ਤੁਸੀਂ 46 ਲੱਖ ਦੇ ਰਹੇ ਹੋ ਜੀ, 43 ਲੱਖ ਦੇ ਰਹੇ ਹੋ। ਜੇ ਤੁਸੀਂ ਇੰਨੀ ਸਸਤੀ ਦੇ ਰਹੇ ਹੋ ਇਹਦਾ ਮਤਲਬ ਤੁਸੀਂ ਕਿਤੇ ਸ਼ੱਕ ਦੇ ਘੇਰੇ ਦੇ ਵਿੱਚ ਹੋ ਜੀ। ਕਿਉਂ ਨਹੀਂ ਉੱਤੇ ਰਿਵਿਊ ਪਟੀਸ਼ਨ ਰਿਵਿਊ ਕਰਦੇ ਤੁਸੀਂ? ਬਿਲਡਰ ਨੂੰ ਜੇ ਤੁਸੀਂ ਇੰਨੀ ਸਸਤੀ ਜ਼ਮੀਨ ਦਿੱਤੀ, ਤੁਹਾਡਾ ਕੀ ਇੰਟਰਸਟ ਸੀਗਾ? ਇਸ ਗੱਲ ਦੇ ਉੱਤੇ ਕਈ ਲੀਡਰਾਂ ਨੇ ਵੀ ਸਵਾਲ ਚੁੱਕੇ ਆ, ਕਈ ਹੋਰ ਜਿਹੜੇ ਸੀ ਸਾਬਕਾ ਅਫਸਰ ਸੀ ਉਹਨਾਂ ਸਵਾਲ ਚੁੱਕੇ ਆ ਵੀ ਇਹਦੇ ਬਾਰੇ ਪੰਚਾਇਤ ਮੰਤਰੀ ਤੇ ਪੰਜਾਬ ਸਰਕਾਰ ਜਵਾਬ ਦੇਵੇ ਜੀ। ਇਹਨਾਂ ਕੋਲ ਉਸ ਗੱਲ ਦਾ ਜਵਾਬ ਕੋਈ ਨਹੀਂ ਹੈਗਾ। ਬਿਲਡਰ ਨੂੰ 3.25 ਕਰੋੜ ਦੀ 43 ਲੱਖ ਦੇ ਹਿਸਾਬ ਨਾਲ ਕਿੱਲਾ ਦੀ ਜ਼ਮੀਨ ਦਿੱਤੀ ਹੈ ਜੀ। ਬਿਲਕੁਲ। ਪੱਟੀ ਸਾਹਿਬ ਗੱਲ ਕਰੀਏ ਕਾਂਗਰਸ ਨੂੰ ਜਿਹੜਾ ਆ ਉਹ ਫਿਰ ਝਟਕਾ ਲੱਗਾ। ਸੁਨੀਲ ਜਾਖੜ ਜਿਹੜੇ ਆ ਵੱਡੇ ਆਗੂ ਕਾਂਗਰਸ ਦੇ, ਉਹ ਪਾਰਟੀ ਛੱਡ ਗਏ ਆ। ਕਿਆਸਰਾਈਆਂ ਤਾਂ ਵੋਟਾਂ ਤੋਂ ਪਹਿਲਾਂ ਵੀ ਲਗਾਈਆਂ ਜਾ ਰਹੀਆਂ ਸੀ ਕਿ ਕਿਸੇ ਨਾ ਕਿਸੇ ਪਾਸੇ ਛਾਲ ਮਾਰ ਸਕਦੇ ਆ, ਪਰ ਹੁਣ ਆ ਕੇ ਉਹਨਾਂ ਨੇ ਪਾਰਟੀ ਜਿਹੜੀ ਆ ਉਹ ਛੱਡੀ ਆ। ਅਤੇ ਉਹਨਾਂ ਦੇ ਬਾਗੀ ਸੁਰ ਸੋਨੀਆ ਗਾਂਧੀ ਦੇ ਸਾਹਮਣੇ ਵੀ ਬਰਕਰਾਰ ਰਹੇ। ਜਦੋਂ ਉਹਨਾਂ ਦੀ ਅਨੁਸ਼ਾਸਨੀ ਕਮੇਟੀ ਨੂੰ ਸ਼ਿਕਾਇਤ ਜਿਹੜੀ ਆ ਉਹਦੇ ਵੱਲੋਂ ਗਈ ਸੋਨੀਆ ਗਾਂਧੀ ਹੋਰਾਂ ਦੇ ਕੋਲ, ਤਾਂ ਉਦੋਂ ਵੀ ਲੱਗਦਾ ਸੀਗਾ ਕਿ ਕੁਛ ਨਾ ਕੁਛ ਕਰਨਗੇ, ਪਰ ਉਹਨਾਂ ਨੇ ਐਨ ਹੁਣ ਆ ਕੇ ਜਿਹੜਾ ਆ ਉਹ ਕਾਂਗਰਸ ਨੂੰ ਠਿੱਪੀ ਲਾਈ ਆ। ਸੁਨੀਲ ਜਾਖੜ ਦਾ ਸਫ਼ਰ ਜਿਹੜਾ ਕਾਂਗਰਸ ਦੇ ਵਿੱਚ 50 ਸਾਲ ਪੁਰਾਣਾ ਜੀ। ਜਦੋਂ 1972-73 'ਚ ਕਾਲਜ 'ਚ ਪੜ੍ਹਦਾ ਸੀ, ਇਹਦੇ ਫਾਦਰ ਚੋਣ ਲੜਦੇ ਸੀ ਤੇ ਇਹ ਆਪ ਕਹਿੰਦੇ ਵੀ ਆਪਣੇ ਫਾਦਰ ਦੀ ਮੈਂ ਕੰਪੇਨ ਕਰਦਾ ਹੁੰਦਾ ਸੀ, ਬਲਰਾਮ ਜਾਖੜ ਜੀ। ਅਸੀਂ ਇਹ ਨਹੀਂ ਕਹਿੰਦੇ ਵੀ ਉਹਨਾਂ ਗਲਤ ਕੀਤਾ ਕਿ ਸਹੀ ਕੀਤਾ, ਉਹਨਾਂ ਜੋ ਕੀਤਾ ਆਪਣੇ ਮੁਤਾਬਕ ਸਹੀ ਕੀਤਾ। ਬਿਲਕੁਲ। ਸਵਾਲ ਇਹ ਪੈਦਾ ਹੁੰਦਾ ਵੀ ਵੇਖੋ ਸੁਨੀਲ ਜਾਖੜ ਜੀ, ਜੇ ਤੁਹਾਡੇ ਕੋਲ ਕੋਈ ਨੋਟਿਸ ਭੇਜਿਆ ਸੀ, ਤੁਸੀਂ ਜਵਾਬ ਦਿੰਦੇ ਠੋਕ ਕੇ ਉਹਦਾ, ਫਿਰ ਤੇ ਗੱਲ ਬਣ ਜਾਂਦੀ ਜੀ। ਜਦੋਂ ਤੁਸੀਂ ਜਵਾਬ ਨਹੀਂ ਦਿੱਤਾ, ਫਿਰ ਅਨੁਸ਼ਾਸਨੀ ਕਮੇਟੀ ਨੂੰ ਤੁਹਾਡੇ ਖਿਲਾਫ ਕਾਰਵਾਈ ਕਰਨ ਲਈ ਜਿਹੜੀ ਮਜਬੂਰ ਹੋਣਾ ਪਿਆ ਜੀ। ਉਹਨਾਂ ਤੁਹਾਡੇ ਕੋਲ ਸਾਰੇ ਉਹਦੇ ਲੈਣ ਦੀ ਗੱਲ ਕਰੀ, ਤੁਹਾਡੇ ਕੋਲ ਰਹਿਦਾ ਹੈ ਉਹਦਾ ਹੈ ਹੀ ਕੋਈ, ਜਿਹੜਾ ਤੁਸੀਂ ਕੀ ਸੀਗਾ। ਤੁਹਾਨੂੰ ਕੱਢਣ ਦੀ ਗੱਲ ਕੀਤੀ, ਸਿਫਾਰਿਸ਼ ਉਹਨਾਂ ਜੀ ਕੱਢ ਦਿਓ ਇਹਨਾਂ ਨੂੰ, ਲੇਕਿਨ ਸੋਨੀਆ ਗਾਂਧੀ ਕਹਿੰਦੇ ਬਿਲਕੁਲ ਨਹੀਂ ਕੱਢਣਾ, ਇਹਨਾਂ ਨੂੰ ਵਾਰਨਿੰਗ ਦੇ ਕੇ ਰੱਖ ਲਓ ਤੁਸੀਂ। ਹੁਣ ਸੁਨੀਲ ਜਾਖੜ ਜੀ, ਜਿਹੜੀ ਗੱਲ ਇਲੈਕਸ਼ਨ ਤੋਂ ਪਹਿਲਾਂ ਇੱਕ ਤੁਸੀਂ, ਇੱਕ ਸਿੱਧੂ ਸਾਹਿਬ ਜੀ, ਰਵਨੀਤ ਬਿੱਟੂ ਤੇ ਚੰਨੀ, ਜੇ 4 ਬੰਦੇ ਆਪਣੀ ਜ਼ਬਾਨ ਨੂੰ ਲਗਾਮ ਦੇ ਕੇ ਰੱਖਦੇ ਤੇ 40-45 ਸੀਟਾਂ ਤੋਂ ਘੱਟ ਜਿਹੜੀ ਕਾਂਗਰਸ ਨੂੰ ਆਉਂਦੀ ਜੀ। ਜਿਹੜੀ ਗੱਲ ਤੁਸੀਂ ਕੀਤੀ, ਤੁਹਾਡੀ ਗੱਲ ਤੋਂ ਬਾਅਦ ਜਿਹੜਾ ਤੁਸੀਂ ਕਿਹਾ ਜੀ 42 ਬੰਦੇ ਮੇਰੇ ਹੱਕ ਸੀ, 42 ਵਿਧਾਇਕਾਂ ਮੈਨੂੰ ਵੋਟ ਪਾਈ ਸੀ, ਮੇਰੇ ਕੋਲ ਖੋਹ ਲਿਆ, ਮੈਂ ਹਿੰਦੂ ਇਸ ਕਰਕੇ ਮੈਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ। ਹਾਂਜੀ। ਉਹਦੇ ਕਰਕੇ ਜਿਹੜੇ ਹਿੰਦੂ ਵੀਰ ਹਮੇਸ਼ਾ ਜਿੱਥੇ ਭਾਜਪਾ ਦਾ ਅਮੀਰ ਹਾਰਦਾ ਸੀ, ਉਹ ਕਾਂਗਰਸ ਨੂੰ ਵੋਟ ਪਾਉਂਦੇ ਸੀ, ਐਤਕੀ ਉਹਨਾਂ ਠੋਕ ਕੇ ਫਿਰ ਆਮ ਆਦਮੀ ਪਾਰਟੀ ਨੂੰ ਪਾਈ। ਸੋ ਤੁਹਾਡੀ ਬਦੌਲਤ ਜੀ ਮੁੱਖ ਮੰਤਰੀ ਬਣਨਾ ਕਿਸੇ ਨੇ ਨੀਂਹ 'ਚ ਲਿਖਿਆ, ਜਿੰਨੇ ਲਿਖਿਆ ਇਹ ਬਾਤ ਦੀ ਗੱਲ ਹੈ।
ਅੱਜ ਤੁਸੀਂ ਸੋਨੀਆ ਗਾਂਧੀ ਦੀ ਆਲੋਚਨਾ ਕਰਦੇ ਹੋ, ਅੰਬਿਕਾ ਸੋਨੀ ਨੂੰ ਤੁਸੀਂ ਪਾਣੀ ਪੀ ਪੀ ਕੇ ਕੋਸਦੇ ਹੋ, ਤੇ ਰਾਹੁਲ ਗਾਂਧੀ ਤੁਸੀਂ ਤਾਰੀਫ ਕਰੀ ਜਾਂਦੇ ਹੋ। ਤੁਸੀਂ ਕੀ ਕਹਿਣਾ ਚਾਹੁੰਦੇ? ਨਵਜੋਤ ਸਿੰਘ ਸਿੱਧੂ ਜਿਹੜਾ ਆਪ ਕਟਹਿਰੇ 'ਚ ਖੜਾ, ਜੀ, ਆਪ ਦੋਸ਼ੀਆਂ ਦੇ ਕਟਹਿਰੇ 'ਚ ਖੜਾ, ਉਹਦੇ ਖਿਲਾਫ ਸ਼ਾਇਦ ਕੋਈ ਕਾਰਵਾਈ ਹੋ ਜਾਵੇ। ਜੇ ਉਹਦੇ ਖਿਲਾਫ ਕੋਈ ਕੱਢਣ ਦੀ ਜਾਂ ਕੋਈ ਡਿਸਪਲਿਨਰੀ ਐਕਸ਼ਨ ਲੈਣ ਦੀ ਕੋਈ ਕਾਰਵਾਈ ਹੁੰਦੀ ਤੇ ਫਿਰ ਜਾਣਾ ਕਿੱਥੇ? ਜੀ, ਉਹਦੀ ਬੋਲਬਾਣੀ ਨੇ ਜੋ ਕੁਛ ਵਿਗਾੜਿਆ। 2019 ਚ ਰਾਜਾ ਵੜਿੰਗ ਦੀ ਸੀਟ ਨੂੰ ਹਰਾਉਣ ਵਿੱਚ ਬਿਲਾ ਸੀ ਬੜਾ ਵੱਡਾ ਰੋਲ ਰਿਹਾ ਸਿੱਧੂ ਦਾ। ਜੇ ਉਦੋਂ ਨੂੰ 75-25 ਦੀ ਗੱਲ ਨਾ ਕਰਦਾ ਤਾਂ ਸ਼ਾਇਦ ਉਹ ਜਿੱਤ ਜਾਂਦਾ। ਇਹ ਦੋ ਬੰਦੇ ਬੇਈਮਾਨ ਸੀ, ਇੱਕ ਸਿੱਧੂ ਬੇਈਮਾਨ ਸੀ ਤੇ ਇੱਕ ਸਾਡਾ ਹੈਗਾ ਸੀ ਉਹ ਮਨਪ੍ਰੀਤ ਬਾਦਲ। ਜੀ, ਜੇ ਉਹ ਰਾਜਾ ਵੜਿੰਗ ਹਰਿਆ ਸੀ ਤੇ ਉਹ ਬਕਾਇਦਾ ਤੌਰ ਤੇ ਮਨਪ੍ਰੀਤ ਬਾਦਲ ਦੇ ਹਲਕੋਂ ਹਰਿਆ ਸੀ ਵੀ ਮੇਰੀ ਭਰਜਾਈ ਨਹੀਂ ਹਰਨੀ ਚਾਹੀਦੀ, ਜੋ ਮਰਜ਼ੀ ਹੋ ਜੇ। ਜੀ, ਉਹਦਾ ਫਿਰ ਜਿਹੜਾ ਸੀ ਮੁਆਵਜ਼ਾ ਜਿਹੜਾ ਸੀ ਇਹ ਸਿਲੈਕਸ਼ਨ ਦਿੱਤਾ। ਇਸ ਵੇਲੇ ਬਾਦਲਾਂ ਕਹਿਤਾ ਵੀ ਮਨਪ੍ਰੀਤ ਬਾਦਲ ਨਹੀਂ ਆਉਣਾ ਚਾਹੀਦਾ, ਸਿੰਗਲਾ ਸਾਡਾ ਹਰਦਾ ਤੇ ਬੇਸ਼ੱਕ ਹਰ ਜੇ। ਇਸ ਕਰਕੇ ਮੇਰਾ ਕਹਿਣ ਤੋਂ ਭਾਵ ਵੀ ਸੁਨੀਲ ਜਾਖੜ ਜੀ ਤੁਸੀਂ ਬੜੇ ਸੀਨੀਅਰ ਲੀਡਰ ਹੋ, ਬੜੇ ਹੰਡੇ ਵਰਤੇ ਹੋ। ਤੁਸੀਂ ਉਸ ਵੇਲੇ ਵੀ ਜਿਹੜਾ ਸੀ ਵਿਰੋਧ ਕੀਤਾ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਇੰਨੀ ਗੱਲ ਕਹੀ ਸੀ ਵੀ ਇੱਕ ਨਵੀਂ ਪਾਰਟੀ ਬਣਾਉਣੀ ਆਪਾਂ। ਤੁਸੀਂ ਪਹਿਲੇ ਵਿਅਕਤੀ ਜਿਹਨੇ ਇੰਨੀ ਗੱਲ ਕਹੀ ਸੀ ਅਸੀਂ ਪਾਰਟੀ ਪੁੱਟੀ ਕਿਤੇ ਨਹੀਂ ਜਾਣਾ, ਸਾਨੂੰ ਕਾਂਗਰਸ ਨੇ ਬਹੁਤ ਕੁਝ ਦਿੱਤਾ। ਤੇ ਜੇ ਤੁਹਾਨੂੰ ਜਾਖੜ ਸਾਹਿਬ ਕਾਂਗਰਸ ਨੇ ਬਹੁਤ ਕੁਝ ਦਿੱਤਾ ਸੀ, ਫਿਰ ਇੰਨੀ ਜਲਦੀ ਇਹੋ ਜਿਹੀ ਗਦਾਰੀ ਕਰਨ ਦੀ ਲੋੜ ਨਹੀਂ ਸੀ। ਤੁਸੀਂ ਹਾਈ ਕਮਾਂਡ ਨੂੰ ਮਿਲਦੇ, ਆਪਣਾ ਰੋਸ ਪ੍ਰਗਟ ਕਰਦੇ, ਤੁਹਾਨੂੰ ਕੱਢਿਆ ਨਹੀਂ ਸੀ ਉਹਨਾਂ ਨੇ, ਤੁਹਾਡੇ ਖਿਲਾਫ ਕੋਈ ਕਾਰਵਾਈ ਨਹੀਂ ਸੀ ਕੀਤੀ। ਬਿਲਕੁਲ। ਜੇ ਤੁਸੀਂ ਬਾਏ ਬਾਏ ਕਹਿ ਗਏ ਹੋ, ਗੁੱਡ ਬਾਏ ਕਹਿ ਗਏ ਹੋ, ਅੱਜ ਤੱਕ 1947 ਤੋਂ ਲੈ ਕੇ ਹੁਣ ਤੱਕ ਕਾਂਗਰਸ ਪਾਰਟੀ ਵਿੱਚ 70 ਵਾਰੀ ਫੁੱਟ ਵੱਜ ਚੁੱਕੀ ਆ। ਬਹੁਤ ਸਾਰੇ ਲੋਕ ਅਲੱਗ ਹੋ ਗਏ ਆ। ਜੀ, ਸ਼ਰਦ ਪਵਾਰ ਕਹਿੰਦਾ ਸੀ ਮੈਂ ਨੈਸ਼ਨਲ ਲੀਡਰ ਬਣੂੰਗਾ ਤੇ ਮਹਾਰਾਸ਼ਟਰ ਤੱਕ ਸੀਮਤ ਰਹਿ ਗਿਆ। ਮਮਤਾ ਬੈਨਰਜੀ ਨੈਸ਼ਨਲ ਲੀਡਰ ਬਣਨ ਵਾਸਤੇ ਰਹਿ ਗਈ ਤਾਂ ਪੱਛਮੀ ਬੰਗਾਲ ਤੱਕ ਸੀਮਤ ਹੋ ਕੇ ਰਹਿ ਗਈ। ਤੇ ਬਹੁਤ ਸਾਰੇ ਲੀਡਰ ਰੁਲ ਗਏ, ਲੱਭੇ ਹੀ ਨਹੀਂ ਮੁੜ ਕੇ ਕਿੱਥੇ ਕਿੱਥੇ ਨਹੀਂ। ਇਸ ਕਰਕੇ ਇਹ ਪਾਰਟੀ ਵੱਡੀ ਆ, ਨੈਸ਼ਨਲ ਪਾਰਟੀ ਆ। ਅੱਜ ਵੀ ਉਹਦੇ ਕੋਲ 13 ਕਰੋੜ ਵੋਟਰ ਨੇ ਇੰਡੀਆ ਦੇ ਵਿੱਚ। ਜੀ, ਇੱਕ ਨਹੀਂ ਦੋ ਨਹੀਂ, ਕਿਤੇ ਕਿਤੇ ਉਹਦੀ ਸਰਕਾਰ ਰਹਿਣੀ ਹੈ। ਇਸ ਕਰਕੇ ਮੈਂ ਇੰਨੀ ਗੱਲ ਕਹਿ ਦਿਆਂ ਵੀ ਤੁਹਾਡੇ ਜਾਣ ਨਾਲ ਕੋਈ ਫਰਕ ਨਹੀਂ ਪੈਣ ਲੱਗਾ। ਤੁਸੀਂ ਜਾਣਾ ਜਿਸ ਅੱਗੇ ਚੱਲ ਜਾਓ। ਬਿਲਕੁਲ। ਲੇਕਿਨ ਇਸ ਟਾਈਮ ਦੇ ਉੱਤੇ ਜਦੋਂ ਕਾਂਗਰਸ ਮੁਸੀਬਤ ਦੇ ਵਿੱਚ ਸੀਗੀ ਉਦੋਂ ਛੱਡ ਕੇ ਗਏ ਹੋ ਤੇ ਆਉਣ ਵਾਲਾ ਸਮਾਂ ਤੁਹਾਨੂੰ ਪੁੱਛੇਗਾ ਜੀ, ਦੱਸੋ ਵੀ ਇਹ ਤੁਸੀਂ ਤਾਂ ਕੁਛ ਛੱਡਿਆ ਸੀ ਨਾਲ। ਜੀ, ਬਟ ਸਭ ਗੱਲ ਕਰੀਏ ਜੇਕਰ ਕਿਸਾਨਾਂ ਦੀ ਤਾਂ ਬੜੀ ਆਸ ਉਦੋਂ ਵੀ ਸੀਗੀ ਕਿਸਾਨਾਂ ਨੂੰ ਕਰਜ਼ੇ ਮਾਫੀ ਦੀ, ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਬਣੀ, ਕਾਂਗਰਸ ਦੀ ਸਰਕਾਰ ਬਣੀ। ਤੇ ਹੁਣ ਵੀ ਬੜੀ ਚਰਚਾ ਜਿਹੜੀ ਆ ਉਹ ਸੀਗੀ ਕਿ ਆਮ ਆਦਮੀ ਪਾਰਟੀ ਨੇ ਆ ਕੇ ਪਤਾ ਨਹੀਂ ਕੀ ਕਰ ਦੇਣਾ ਵਾ, ਸਾਰਾ ਕੁਝ ਮਾਫ ਹੋ ਜਾਣਾ ਵਾ, ਕਿਸਾਨਾਂ ਨੂੰ ਰਾਹਤ ਮਿਲੇਗੀ, ਬੜਾ ਕੁਝ ਹੋਏਗਾ। ਪਰ ਜਦੋਂ ਦੀ ਸਰਕਾਰ ਬਦਲੀ ਆ, ਲਗਾਤਾਰ ਅਖਬਾਰਾਂ ਦੇ ਵਿੱਚ ਪੜ੍ਹ ਰਹੇ ਹਾਂ 2 ਕਿਸਾਨਾਂ ਦੀ ਖੁਦਕੁਸ਼ੀ, 4 ਕਿਸਾਨਾਂ ਦੀ ਖੁਦਕੁਸ਼ੀ, 1 ਕਿਸਾਨ ਦੀ ਖੁਦਕੁਸ਼ੀ। ਇਹ ਚਰਚਾ ਜਿਹੜੀ ਆ ਇਹ ਹੋ ਰਹੀ ਆ ਕਿ ਜਿਹੜੇ ਕਿਸਾਨ ਆ ਉਹ ਹੁਣ ਅੱਕ ਚੁੱਕੇ ਆ ਇਸ ਗੱਲ ਤੋਂ ਕਿ ਕਿਸੇ ਵੀ ਸਰਕਾਰ ਨੇ ਉਹਨਾਂ ਦਾ ਸਾਥ ਨਹੀਂ ਦੇਣਾ। ਤੁਸੀਂ ਕੀ ਕਹਿਣਾ ਚਾਹੋਗੇ ਇਸ ਖਬਰ ਦੇ ਉੱਤੇ ਜਿਹੜੀਆਂ ਡੇਲੀ ਖੁਦਕੁਸ਼ੀਆਂ ਦੀਆਂ ਖਬਰਾਂ ਪੜ੍ਹ ਰਹੇ ਹਾਂ? ਪਹਿਲੀ ਗੱਲ ਤੇ ਜਿਹੜੀਆਂ ਖੁਦਕੁਸ਼ੀਆਂ ਹੋ ਰਹੀਆਂ ਨੇ ਇਹਦੀ ਜਾਂਚ ਹੋਣੀ ਚਾਹੀਦੀ ਵੀ ਵਾਕਿਆ ਇਹ ਖੁਦਕੁਸ਼ੀਆਂ ਜਿਹੜੀਆਂ ਹੋ ਰਹੀਆਂ ਉਹ ਕਿਸਾਨਾਂ ਵੱਲੋਂ ਸਿਰਫ ਕਰਜ਼ੇ ਕਰਕੇ ਹੋ ਰਹੀਆਂ ਕਿ ਹੋਰ ਵੀ ਕੋਈ ਪ੍ਰੋਬਲਮ ਹੈਗੀ ਉਹਨਾਂ ਦੀ। ਜੀ, ਇੱਕ ਨਹੀਂ ਕਈ ਪ੍ਰੋਬਲਮ ਕਰਾਂਗੀ ਹੁੰਦੀਆਂ ਜੀ। ਇਸ ਕਰਕੇ ਅਜੇ ਵੀ 2-2 ਕਿਸਾਨਾਂ ਦੀ ਜੇ ਖੁਦਕੁਸ਼ੀਆਂ ਨਹੀਂ ਰੁਕੀਆਂ ਡੇਲੀ ਹੋ ਰਹੀਆਂ ਵਾ, ਇਹ ਮੰਦਭਾਗੀ ਜੀ। ਜੀ, ਕੇਜਰੀਵਾਲ ਸਾਹਿਬ ਨੇ ਇੰਨੀ ਗੱਲ ਕਹੀ ਸੀ 20,000 ਕਰੋੜ ਰੁਪਈਆ ਸਾਡੀ ਜੇਬ 'ਚ ਪਿਆ, ਜਿੱਦਣ ਸਾਡੀ ਸਰਕਾਰ ਬਣ ਗਈ ਉਦੋਂ 20,000 ਕਰੋੜ ਰੁਪਈਆ ਸਾਡੀ ਜੇਬ 'ਚ ਕੱਢ ਕੇ ਰੱਖ ਲੈਣਾ ਸੀ। ਅੱਜ ਉਹ 20,000 ਕਰੋੜ ਕਿੱਥੇ ਗਿਆ? ਦਿੱਲੀ ਪੈਟਰਨ ਦੀ ਤੁਸੀਂ ਗੱਲ ਕਰਦੇ, ਮੋਦੀ ਸਾਹਿਬ ਕਹਿੰਦੇ ਗੁਜਰਾਤ ਪੈਟਰਨ ਤੇ ਤੁਸੀਂ ਕਹਿੰਦੇ ਹੋ ਕਿ ਦਿੱਲੀ ਪੈਟਰਨ। ਦਿੱਲੀ ਪੈਟਰਨ ਦਾ ਪੰਜਾਬ ਦੇ ਵਿੱਚ ਲਾਗੂ ਨਹੀਂ ਕੀਤਾ ਜਾ ਸਕਦਾ ਕਿਉਂਕਿ ਦਿੱਲੀ ਦੇ ਵਿੱਚ ਸਭ ਤੋਂ ਵੱਡੀ ਹੋਲਸੇਲ ਮਾਰਕੀਟ ਆ, ਜਿਹਦੇ ਲੂਪ ਹੋਲ ਸੀ, ਜਿੱਥੇ ਜਿੱਥੇ ਉਹਦੇ 'ਚ ਮੋਰੀਆਂ ਸੀਗੀਆਂ ਉੱਥੇ IRS ਅਫਸਰ ਰਹਿੰਦੇ ਕੇਜਰੀਵਾਲ ਸਾਹਿਬ, ਉਹਨੂੰ ਪਤਾ ਸੀ ਕਿੱਥੇ ਕਿੱਥੇ ਚੋਰੀ ਹੁੰਦੀ ਹੈ ਜੀ। ਉਹਨਾਂ ਨੇ ਆ ਕੇ ਉਹ ਮੋਰੀਆਂ ਬੰਦ ਕਰਦੀਆਂ ਤੇ ਦਿੱਲੀ ਸਰਕਾਰ ਦਾ ਜਿਹੜਾ ਸੀ ਉਹ ਖਜ਼ਾਨਾ ਭਰ ਗਿਆ ਜੀ। ਪੰਜਾਬ ਦੇ ਵਿੱਚ ਇਹੋ ਜਿਹਾ ਕੋਈ ਸਿਸਟਮ ਨਹੀਂ ਹੈਗਾ ਵੀ ਤੁਸੀਂ ਆਪਣਾ ਖਜ਼ਾਨਾ ਇਸ ਤਰੀਕੇ ਨਾਲ ਭਰ ਸਕੋ। ਜਿਹੜੀਆਂ ਤੁਸੀਂ ਪੰਚਾਇਤਾਂ ਜ਼ਮੀਨਾਂ ਛਡਾਉਣ ਦੀ ਗੱਲ ਕਰਦੇ ਹੋ, ਪੰਚਾਇਤੀ ਜ਼ਮੀਨਾਂ ਵਾ, ਸਰਕਾਰ ਵੇਚ ਨਹੀਂ ਸਕਦੀ ਇੱਦਾਂ ਉਹਨਾਂ ਨੂੰ ਜੀ। ਜੇ ਵੇਚਣਾ ਦਾ ਪ੍ਰੋਸੈਸ ਲੰਮਾ ਹੈਗਾ ਵਾ ਜੀ। ਅੱਗੇ ਵੀ ਰੈਵਨਿਊ ਆਉਂਦਾ ਸੀ, ਜੇ ਅੱਗੇ 5,000 ਆਉਂਦਾ ਸੀ ਹੁਣ ਵੱਡੀ ਗੱਲ 40,000 ਹੋ ਜੂਗਾ, ਫਿਰ ਕਿੰਨਾ ਬਚੂਗਾ ਤੁਹਾਨੂੰ? ਇਸ ਕਰਕੇ ਜੇ ਤੁਸੀਂ ਚਾਹੋ ਵੀ ਅਸੀਂ ਕਿਸਾਨਾਂ ਦੇ ਕਰਜ਼ੇ ਮਾਫ ਕਰ ਦਿਆਂਗੇ, ਸੰਧਵਾ ਸਾਹਿਬ ਸਾਡੇ ਬੜੇ ਸੁਲਝੇ ਹੋਏ ਆਗੂ ਨੇ, ਸਪੀਕਰ ਸਾਹਿਬ ਜੀ। ਸਪੀਕਰ ਸਾਹਿਬ ਜੇ ਨਾ ਕਿਸੇ ਗੱਲ ਦੀ ਜਵਾਬ ਦੇਣਾ ਤਾਂ ਚੁੱਪ ਕਰ ਜਾਓ।
ਤੁਸੀਂ ਕਹਿਤਾ ਜੀ ਖਜ਼ਾਨਾ ਖਾਲੀ ਅਜੇ ਕੁਝ ਨਹੀਂ ਹੋ ਸਕਦਾ ਜੀ 1000 ਰੁਪਏ ਲੌਸ ਤਾਂ ਮਹੀਨਾ ਨਹੀਂ ਮਿਲ ਸਕਦਾ ਪਹਿਲਾਂ ਤੁਸੀਂ ਕਿਹਾ ਸੀ 1 ਮਹੀਨੇ 'ਚ ਇੰਪਲੀਮੈਂਟ ਕਰਾਂਗੇ ਅਸੀਂ ਪਹਿਲੀ ਮੀਟਿੰਗ 'ਚ ਪਾਸ ਕਰਕੇ ਕਰਾਂਗੇ ਬਿਲਕੁਲ ਅੱਜ ਤੁਸੀਂ ਆਪਣੇ ਤੋਂ ਭੱਜ ਗਏ ਹੋ ਦੂਸਰੀ ਚੀਜ਼ ਤੁਸੀਂ ਕਹਿਤਾ ਵੀ ਆ ਜਿਹੜੇ ਇਕੱਠੇ ਹੋਏ ਨੇ ਜਿਹੜੀ ਮੀਟਿੰਗ ਹੋਈ ਆ ਅਕਾਲੀ ਦਲ ਇਕੱਠੇ ਹੋਏ ਨੇ ਪੰਥਕ ਜਿਹੜੀ ਮੀਟਿੰਗ ਹੋਈ ਆ ਬੰਦੀ ਸਿੰਘ ਦਰਿਆ ਕਰ ਜੀ ਜੇ ਬੰਦੀ ਸਿੰਘਾਂ ਦੇ ਹੱਕ 'ਚ ਹਾਂ ਦਾ ਨਹੀਂ ਨਾਰਾ ਨਹੀਂ ਮਾਰ ਸਕਦੇ ਤੇ ਘੱਟੋ ਘੱਟ ਚੁੱਪ ਹੀ ਕਰ ਲਓ ਤੁਸੀਂ ਚੁੱਪ ਕਰਕੇ ਕਹਿਤਾ ਜੀ ਵੇਖੋ ਜਿਹਨੂੰ ਕੱਲ ਤੱਕ ਅੱਤਵਾਦੀ ਕਹਿੰਦੇ ਉਹ ਨਾਲ ਬੈਠੇ ਨੇ ਸਾਰੇ ਭਾਈ ਸਿੱਖ ਕਦੀ ਵੀ ਕੋਈ ਅੱਤਵਾਦੀ ਨਹੀਂ ਹੁੰਦਾ ਅੱਤਵਾਦੀ ਨੂੰ ਹਾਲਾਤ ਬਣਾਉਂਦੇ ਆ ਜੀ ਤੁਹਾਡੇ ਵਰਗੇ ਲੋਕਾਂ ਦੇ ਬਿਆਨ ਬਣਾਉਂਦੇ ਆ ਸਿੱਖ ਅੱਤਵਾਦੀ ਨਹੀਂ ਸਿੱਖ ਹਮੇਸ਼ਾ ਹੀ ਜਿਹੜਾ ਵਾ ਉਹ ਇਨਸਾਫ ਪਸੰਦ ਤੇ ਸੇਵਾਦਾਰ ਬੰਦਾ ਜੀ ਇਸ ਕਰਕੇ ਸਿੱਖਾਂ ਨੂੰ ਅੱਤਵਾਦੀ ਕਹਿਣਾ ਤੁਹਾਡੇ ਵਾਸਤੇ ਬੜੀ ਮਾੜੀ ਗੱਲ ਆ ਦੂਜਾ ਬਿਆਨ ਤੁਸੀਂ ਦੇਖ ਕੇ ਆਪਣੇ ਸਿਰ ਗੱਲ ਲੈ ਲਈ ਤੁਸੀਂ ਕਹੋ ਜੀ ਸਰਕਾਰ ਸੋਚ ਰਹੀ ਕੀ ਕਰਨਾ ਇਹਦੇ ਬਾਰੇ ਅਸੀਂ ਪਹਿਲੀ ਗੱਲ ਤੇ ਇਹ ਬਿਆਨ ਜਿਹੜਾ ਵਿੱਤ ਮੰਤਰੀ ਦਾ ਮੰਨਿਆ ਸਾਡੇ ਕੋਲ ਖਜ਼ਾਨੇ 'ਚ ਪੈਸੇ ਹੈਗੇ ਕਿ ਨਹੀਂ ਹੈਗੇ ਦੇਣੇ ਕਿ ਦੇਣੇ ਇਸ ਕਰਕੇ ਕਿਸਾਨਾਂ ਨੂੰ ਆਸ ਸੀ ਵੀ ਜਦੋਂ ਆਮ ਆਦਮੀ ਪਾਰਟੀ ਆਊਗੀ ਸ਼ਾਇਦ ਸਾਡੀ ਕੋਈ ਸੁਣਵਾਈ ਹੋ ਜਾਊਗੀ ਜੀ ਉਹ ਤਾਂ ਉਲਟਾ ਜੇ ਕਿਸੇ ਸਰਕਾਰ ਕਿਸਾਨ ਕੋਈ 2 ਕਿੱਲੇ ਜ਼ਮੀਨ ਮੰਗਦੀ ਆ ਤੁਸੀਂ ਉਹ ਵੀ ਖੁਣੀ ਸ਼ੁਰੂ ਕਰ ਦਿੱਤੀ ਤੇ ਫਿਰ ਕਿਸਾਨ ਸੁਸਾਈਡ ਨੇ ਸਪੀਕਰ ਨੂੰ ਵੈਸੇ ਵੀ ਪੱਟੀ ਸਾਹਿਬ ਸਾਂਝਾ ਮੰਨਿਆ ਜਾਂਦਾ ਵਾ ਤੇ ਉਹਨੂੰ ਬਿਆਨ ਦੇਣਾ ਨਹੀਂ ਚਾਹੀਦਾ ਬਿਆਨ ਨਹੀਂ ਦੇਣਾ ਚਾਹੀਦਾ ਜੀ ਪੱਟੀ ਸਾਹਿਬ ਅਗਲੀ ਖਬਰ ਵੱਲ ਚੱਲੀਏ ਜਿੱਥੇ ਅਸੀਂ ਖੁਦਕੁਸ਼ੀਆਂ ਦੀ ਗੱਲ ਕੀਤੀ ਹੈ ਕਿ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕੀਤੀਆਂ ਜਾ ਰਹੀਆਂ ਉੱਥੇ ਹੀ ਪੰਜਾਬ ਦੀਆਂ ਜੇਲ੍ਹਾਂ ਦੀ ਗੱਲ ਕਰੀਏ ਤਾਂ ਉੱਥੇ 86% ਤੋਂ ਉੱਪਰ ਜਿਹੜੇ ਲੋਕ ਬੰਦ ਨੇ ਉਹਨਾਂ ਦੇ ਵਿੱਚੋਂ ਬਹੁਤੇ ਜਿਹੜੇ ਆ ਉਹ ਨਸ਼ੇ ਵਾਲੇ ਨੇ 40 ਸਾਲ ਤੋਂ ਘੱਟ ਉਮਰ ਦੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਉਹ ਜੇਲ੍ਹਾਂ ਦੇ ਵਿੱਚ ਬੰਦ ਨੇ ਸੋ ਕੀ ਕਾਰਨ ਆ ਕਿ ਇਸ ਵੇਲੇ ਜਿਹੜਾ ਆ ਉਹ ਇਹ ਨੌਜਵਾਨ ਜੇਲ੍ਹਾਂ ਦੇ ਵਿੱਚ ਬੰਦ ਹੋਏ ਨੇ ਜਾਂ ਜ਼ਿਆਦਾ ਨਸ਼ੇ ਵਾਲੇ ਜਿਹੜੇ ਆ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਹੋਇਆ ਆ ਪਹਿਲੀ ਗੱਲ ਤੇ ਇਹ ਕਹਿ ਲਈਏ ਵੀ ਸਾਡੇ ਪੰਜਾਬ ਦੇ ਵਿੱਚ ਮੇਰੇ ਖਿਆਲ ਸ਼ਾਇਦ ਸਭ ਤੋਂ ਵੱਧ ਜੇਲ੍ਹਾਂ ਹੋਣਗੀਆਂ 26 ਜੇਲ੍ਹਾਂ ਨੇ ਜੀ ਜਿਹਦੇ ਵਿੱਚ 10 ਸੈਂਟਰਲ ਜੇਲ੍ਹਾਂ ਨੇ ਜੀ 11 ਡਿਸਟ੍ਰਿਕਟ ਜੇਲ੍ਹਾਂ ਨੇ ਤੇ 5 ਸਬ ਜੇਲ੍ਹਾਂ ਨੇ ਜੀ ਮੈਨੂੰ ਇੱਕ ਗੱਲ ਯਾਦ ਆ ਗਈ ਪ੍ਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਪੰਜਾਬ ਸੀ ਜੀ ਤੇ ਪੱਟੀ ਗਏ ਜੀ ਪੱਟੀ ਜਾ ਕੇ ਉਹਨਾਂ ਨੇ ਬਕਾਇਦਾ ਤੌਰ ਤੇ ਪੁੱਛਿਆ ਵੀ ਤੁਹਾਡੀ ਕੋਈ ਮੰਗ ਹੈਗੀ ਦੱਸੋ ਤੇ ਸਾਡੇ ਮਹਾਂਪੁਰਸ਼ ਉੱਠ ਕੇ ਕਹਿੰਦੇ ਜੀ ਸਾਡੀ ਮੰਗ ਹੈਗੀ ਇੱਕ ਬੜੀ ਛੋਟੀ ਜੀ ਕਹਿੰਦੇ ਕੀ ਕਹਿੰਦੇ ਸਾਨੂੰ ਮੁਲਾਕਾਤ ਕਰਨ ਵਾਸਤੇ ਬੰਦੇ ਦਾ ਅੰਮ੍ਰਿਤ ਜਾਣਾ ਪੈਂਦਾ ਤੁਸੀਂ ਪੱਟੀ 'ਚ ਜੇਲ੍ਹ ਬਣਾ ਦਿਓ ਉਹ ਕਹਿੰਦਾ ਤੁਹਾਡਾ ਬੇੜਾ ਠਿਲ ਜੇ ਸੀ ਮੈਂ ਸੋਚਦਾ ਸੀ ਕਿ ਹਸਪੀਟਲ ਮੰਗੋ ਕੋਈ ਕਾਲਜ ਮੰਗੋ ਕੋਈ ਵੱਡਾ ਸੀ ਇੰਡਸਟਰੀ ਤੁਸੀਂ ਮੰਗੇ ਕੱਖ ਨਹੀਂ ਜੀ ਕਹਿੰਦਾ ਪਰ ਤੁਸੀਂ ਇਹ ਕਿਹਾ ਜੇਲ੍ਹ ਬਣੇਗੀ ਪੱਟੀ ਦੀ ਸਭ ਜੇਲ੍ਹ ਉਦੋਂ ਬਣੀ ਸੀ ਜੀ ਇਸ ਕਰਕੇ ਅੱਜ ਦੀ ਗੇਟ ਜੇਲ੍ਹਾਂ ਜੇ 26 ਹੈਗੀਆਂ ਵਾ ਇਹਨਾਂ ਵਿੱਚ 23,500 ਬੰਦੇ ਰੱਖਣ ਦੀ ਕੈਪੈਸਿਟੀ ਹੈ ਇਹ ਤੂੜੀਆਂ ਪਈਆਂ ਨੇ ਇਸ ਵੇਲੇ ਇਹਨਾਂ ਵਿੱਚ 26,164 ਜਿਹੜੇ ਨੇ ਸਾਡੇ ਕੈਦੀ ਤੇ ਹਵਾਲਾਤੀ ਨੇ ਇਹਨਾਂ ਦੇ ਵਿੱਚੋਂ ਜੇ ਆਪਾਂ ਹਵਾਲਾਤੀ ਦੀ ਗੱਲ ਕਰ ਲਈਏ ਤੇ ਉਹ 5,000 ਸਮਥਿੰਗ ਜ਼ਿਆਦਾ ਨਹੀਂ ਹੈਗੇ ਜੀ ਜਿਹੜੇ ਲੁਧਿਆਣਾ ਜੇਲ੍ਹ ਦੇ ਵਿੱਚ 3802 ਬੰਦ ਨੇ ਜੀ ਕਪੂਰਥਲਾ 'ਚ 3148 ਬੰਦ ਨੇ ਤੇ ਅੰਮ੍ਰਿਤਸਰ 3044 ਤੇ ਬਠਿੰਡਾ ਵਿੱਚ 1862 ਬੰਦ ਨੇ ਜੀ ਇਹਨਾਂ ਦੀ ਗੱਲ ਕਰ ਲਈਏ 20 ਸਾਲ ਤੋਂ ਛੋਟੀ ਉਮਰ ਦੇ ਬੱਚੇ ਨੇ 20 ਤੋਂ ਲੈ ਕੇ 30 ਤੱਕ ਵਰਗ ਦੇ ਜੀ ਇਹਨਾਂ ਦੀ ਗਿਣਤੀ 12,368 47.27 ਬਣਦੀ ਹੈ ਜਿਹੜੇ ਇਹਦੋਂ ਘੱਟ 20 ਸਾਲ ਤੋਂ ਘੱਟ ਉਮਰ ਦੇ ਨੇ ਉਹ 4.61 ਬਣਦੇ 1207 ਕੈਦੀ ਨੇ ਉਹ ਚ ਹਵਾਲਾਤੀ ਵੀ ਨਾਲ ਨੇ ਜੀ ਇਹਦੇ ਹੋਰ ਲੈ ਲਈਏ ਆਪਾਂ ਜਿਹੜੇ ਇਸ ਤੋਂ ਉੱਪਰ 30 ਤੋਂ 40 ਤੱਕ ਉਮਰ ਦੇ ਨੇ ਜੀ ਉਹ 8,900 ਆ ਤੇ ਜਿਹੜੇ ਉਸ ਤੋਂ ਉੱਪਰ ਲੈ ਲਈਏ ਤੇ 1,037 ਆ ਤੇ ਜਿਹੜੇ 70 ਸਾਲ ਤੋਂ ਉਮਰ ਆ ਉਹਨਾਂ ਦੀ ਗਿਣਤੀ ਬੜੀ ਥੋੜੀ ਆ 207 ਨੇ ਸਾਰੇ ਇਹਨਾਂ ਜੇਲ੍ਹਾਂ ਦੇ ਵਿੱਚ ਜ਼ਿਆਦਾਤਰ ਲੋਕ ਜਿਹੜੇ ਬੈਠੇ ਨੇ 80% ਲੋਕ ਸਨੈਚਰ ਤੇ ਉਹ ਨਸ਼ੇ ਦੇ ਵਿੱਚ ਕਰਦੇ ਛੋਟੇ ਮੋਟੇ ਕਰਦੇ ਨੇ ਝਪਟ ਮਾਰ ਉਹ ਜੀ ਪੰਜਾਬ ਸਰਕਾਰ ਮੁੱਖ ਮੰਤਰੀ ਸਰ ਭਗਵੰਤ ਸਿੰਘ ਨੇ ਇੰਨੀ ਗੱਲ ਕਹੀ ਆ 2 ਕੰਮ ਕਰਿਓ ਇੱਕ ਤਾਂ ਕੱਲ ਇਹ ਗੱਲ ਕਰਿਓ ਵੀ ਜਿਹੜਾ ਨਸ਼ਾ ਕਰਨ ਵਾਲਾ ਨਾ ਹਾਂਜੀ ਉਹਨੂੰ ਫੜ ਕੇ ਅੰਦਰ ਨਾ ਦਿਓ ਉਹ ਮਰੀਜ਼ ਆ ਉਹਨੂੰ ਕਿਸੇ ਹਸਪੀਟਲ ਦੇ ਵਿੱਚ ਜਾਂ ਨਸ਼ਾ ਛੁਡਾਊ ਕੇਂਦਰ 'ਚ ਜਮ੍ਹਾਂ ਕਰਾਓ ਤਾਂ ਕਿ ਉਹਦਾ ਕੋਈ ਭਲਾ ਹੋ ਸਕੇ ਜੀ ਤੁਸੀਂ ਕਰਦੇ ਹੋ 10 ਗ੍ਰਾਮ ਫੜ ਲਈ ਜੇ ਪੀਣ ਵਾਲੇ ਕੋਲ ਕਹਿਤਾ ਫੋਟੋ ਲਵਾਤੀ ਦੂਸਰੀ ਚੀਜ਼ ਜਦੋਂ ਵੀ ਤੁਸੀਂ ਕਿਤੇ ਹੈਰੋਨ ਫੜਦੇ ਹੋ ਕਦੇ ਨਹੀਂ ਲਿਖਣਾ ਵੀ ਕਿੰਨੇ ਦੀ ਕੀਮਤ ਇਹਦੀ ਹੈਗੀ ਮੈਂ ਇਹ ਸਪਸ਼ਟ ਕਰਦੇ ਹਾਂ ਜਿਹੜੀ 5 ਕਰੋੜ ਇੰਟਰਨੈਸ਼ਨਲ ਲੈਵਲ ਤੇ ਗੱਲ ਕਰਦੇ ਕਿਲੋ ਦੀ ਉੱਥੇ 5 ਕਰੋੜ ਨਹੀਂ ਹੈਗੀ ਕੀਮਤ
ਇਹ ਪੱਤਰਕਾਰਾਂ ਦੀ ਦੇਣ ਆ ਜੀ। ਜੇ ਇੰਡੀਆ ਦੀ ਗੱਲ ਕਰੀਏ ਤੇ ਮੇਰੇ ਖਿਆਲ ਜੀ 2-3 ਲੱਖ ਤੋਂ ਹੱਦ 5 ਲੱਖ ਤੋਂ ਵੱਧ ਕੀਮਤ ਜ਼ਿਆਦੀ ਨਹੀਂ। ਜਦੋਂ ਕਰੋੜਾਂ ਦੀ ਗੱਲ ਨਿਕਲਦੀ ਤੇ ਸਾਡੇ ਨੌਜਵਾਨ ਗਮਰਾਹ ਹੋ ਜਾਂਦੇ ਆ, ਕਹਿੰਦੇ ਚਲੋ ਜੀ ਕਿਲੋ ਕੁ ਵੇਚ ਲਓ, ਜੇ ਕਰੋੜ ਰੁਪਏ ਬਚਦਾ ਤਾਂ ਹੋਰ ਕੀ ਚਾਹੀਦਾ। ਇਸ ਕਰਕੇ ਭਗਵੰਤ ਮਾਨ ਮੁੱਖ ਮੰਤਰੀ ਨੇ ਵਧੀਆ ਕੀਤਾ ਵੀ ਉਹ ਜਿਹੜੀ ਕੀਮਤ ਉਹ ਬਿਲਕੁਲ ਨਾ ਲਿਖਿਓ ਤੁਸੀਂ, ਜੇ ਬਿਲਕੁਲ ਲਿਖਦੇ ਤੇ ਉਹਦੇ ਕਰਕੇ ਲੋਕ ਸਾਡੇ ਮੁੰਡੇ ਗਮਰਾਹ ਹੋ ਜਾਂਦੇ ਸੀ। ਜੀ ਜੀ ਭੱਟੀ ਸਾਹਿਬ। ਭੱਟੀ ਸਾਹਿਬ ਸਮਾਂ ਆਪਣੇ ਕੋਲ ਬਿਲਕੁਲ ਥੋੜਾ ਇੱਕ ਅੱਧੇ ਮਿੰਟ ਦਾ ਹੀ ਰਹਿ ਗਿਆ ਵਾ। ਯੂਪੀ ਦੇ ਵਿੱਚ ਆਮ ਆਦਮੀ ਪਾਰਟੀ ਕਹਿੰਦੇ ਆ ਕਿ 10,000 ਤਿਰੰਗਾ ਸ਼ਿਖਾਵਾਂ ਜਿਹੜੀਆਂ ਉਹ ਖੋਲ੍ਹਣ ਜਾ ਰਹੀ ਆ। ਕੀ ਆਮ ਆਦਮੀ ਪਾਰਟੀ ਵੀ RSS ਦੇ ਰਾਹ ਤੁਰ ਪਈ ਹੈ? ਇਹ ਹੈ ਤੇ ਵੈਸੇ ਲੰਬਾ ਸੀ ਥੋੜਾ ਜਿਹਾ ਜੀ, ਕਿਉਂਕਿ ਜਿਹੜੀ RSS ਆ ਉਹਨਾਂ ਦੇ ਇਸ ਵੇਲੇ 60 ਤੋਂ ਲੈ ਕੇ 66 ਦੇ ਸੈਂਟਰ ਚੱਲਦੇ ਨੇ ਜੀ। ਉਹਨਾਂ ਦੀ ਗੁਜਰਾਤ ਦੇ ਵਿੱਚ ਇੱਕ ਇਹਨਾਂ ਦੀ ਚਿੰਤਨ ਮੀਟਿੰਗ ਹੋਈ ਆ ਜੀ। ਉਹਦੇ ਵਿੱਚ ਇਹਨਾਂ ਫੈਸਲਾ ਕੀਤਾ ਵੀ 2025 ਤੱਕ ਸਾਡੇ ਸੈਂਟਰ 1 ਲੱਖ ਤੋਂ ਉੱਪਰ ਹੋਣੇ ਚਾਹੀਦੇ। ਅੱਛਾ ਜੀ। ਜੇ ਉਹ 1 ਲੱਖ ਤੋਂ ਉੱਪਰ RSS ਨੇ ਕਹਿਤਾ ਹੋਣੇ ਚਾਹੀਦੇ, ਇਹਦਾ ਮਤਲਬ ਤੁਸੀਂ ਸ਼ਾਖਾ ਖੋਲ੍ਹਣੀਆਂ ਖੋਲ੍ਹੋ, ਕੋਈ ਗੱਲ ਨਹੀਂ। ਲੇਕਿਨ ਪੰਜਾਬ ਦੀ ਜਿੱਤ ਤੋਂ ਬਾਅਦ ਜਿਹੜੇ ਕੇਜਰੀਵਾਲ ਸਾਹਿਬ ਬੜੇ ਉਤਸੁਕ ਹੋਏ ਨੇ। ਪਹਿਲੀ ਗੱਲ ਤਾਂ ਉਹਨਾਂ ਕਹਿਤਾ ਵੀ ਸਾਡੀ ਪਾਰਟੀ ਕਿਸੇ ਵੀ ਹੋਰ ਸਿਆਸੀ ਪਾਰਟੀ ਨਾਲ ਕੋਈ ਚੋਣ ਸਮਝੌਤਾ ਨਹੀਂ ਕਰੇਗੀ। ਜੀ। ਦੂਸਰੀ ਗੱਲ ਕੀਤੀ ਉਹਨਾਂ ਨੇ ਵੀ ਯੂਪੀ ਦੇ ਵਿੱਚ ਅਸੀਂ 10,000 ਤਿਰੰਗਾ ਯਾਤਰਾ ਜਿਹੜੀਆਂ ਉਹ ਜੁਲਾਈ ਤੋਂ ਸ਼ੁਰੂ ਕਰ ਦਿਆਂਗੇ। ਜੀ। ਪਹਿਲੀ ਤਿਰੰਗਾ ਸ਼ਾਖਾ ਜਿਹੜੀ ਆ ਉਹ ਸੰਜੇ ਸਿੰਘ ਹੋਣੀ ਜਿਹੜੇ ਉਹ ਜੁਲਾਈ 'ਚ ਲਖਨਊ 'ਚ ਖੋਲ੍ਹਣਗੇ। ਉਸ ਤੋਂ ਬਾਅਦ ਚੱਲੇਗਾ ਸਿਸਟਮ ਇਹ ਸ਼ਾਖਾਵਾਂ ਵੀ ਉਸੇ ਤਰ੍ਹਾਂ ਕੰਮ ਕਰਨਗੀਆਂ ਜਿਵੇਂ RSS ਦੀ ਜਿਹੜੀ ਉਹ ਜਥੇਬੰਦੀ ਕਰਦੀ ਹੈ। ਜੀ। ਇਹਦੇ ਵਿੱਚ ਤੁਹਾਨੂੰ ਜਿਹੜਾ ਇਤਿਹਾਸ ਪੜ੍ਹਾਇਆ ਜਾਊਗਾ ਸਾਡਾ ਆਪਣੇ ਦਾ ਇਨਕਲਾਬੀਆਂ ਦਾ, ਯੋਧਿਆਂ ਦਾ, ਜਰਨੈਲਾਂ ਦਾ ਇਤਿਹਾਸ ਪੜ੍ਹਾਏ ਜਾਣਗੇ ਤੇ ਬਾਕੀ ਕੰਮ ਉਹਦਾ ਉਹੀ ਹੋਏਗਾ ਜੋ ਉਹ ਕਰ ਰਹੀ ਆ ਵੀ ਇੱਕ ਹਿੰਦੂ ਵੋਟ ਨੂੰ ਜਿਹੜਾ ਪੋਲੇਸ਼ਨ ਕਿਵੇਂ ਕਰਨਾ ਸੀ। ਹੁਣ ਜਿਹੜੀ ਆ BJP ਇਸ ਗੱਲ ਤੋਂ ਥੋੜੀ ਜਿਹੀ ਵਿੜਿੰਗ ਤੰਗ ਹੋਈ ਆ ਵੀ ਕਿਸੇ ਤਰੀਕੇ ਨਾਲ ਕੇਜਰੀਵਾਲ ਨੂੰ ਰੋਕਿਆ ਜਾਵੇ। ਰੋਕਣ ਦਾ ਤਰੀਕਾ ਕੀ? ਦਿੱਲੀ ਦੇ ਵਿੱਚ 3 ਕਾਰਪੋਰੇਸ਼ਨਾਂ ਸੀਗੀਆਂ ਜੀ। ਤਿੰਨਾਂ 'ਚ ਉਹਨਾਂ ਇੱਕ ਕਰ ਦਿੱਤੀ। ਇੱਕ ਤੋਂ ਗਾਂ ਵੀ ਲੱਗਦਾ ਵੀ ਮੈਟਰੋਪੋਲੀਟਨ ਕੌਂਸਲ ਬੁਲਾ ਕੇ ਦਿੱਲੀ ਸਰਕਾਰ ਦੀ ਹੋਂਦ ਖਤਮ ਕੀਤੀ ਜਾ ਸਕਦੀ ਆ। ਜੀ। ਵੀ ਕੇਜਰੀਵਾਲ ਦਾ ਦਿੱਲੀ 'ਚ ਬੁਰੀਆ ਬਿਸਤਰਾ ਗੋਲ ਕਰ ਦਿਓ, ਇੱਥੋਂ ਨਿਕਲੇ ਇੱਥੇ ਅਗਲੀ ਗੱਲ ਫੇਰ ਕਰਾਂਗੇ ਆਪਾਂ। ਜੇ ਇਹ ਗੱਲ ਵਾਪਰਦੀ ਆ ਤੇ ਇਹਦਾ ਘਾਟਾ ਆਮ ਆਦਮੀ ਪਾਰਟੀ ਨੂੰ ਬਹੁਤ ਜ਼ਿਆਦਾ ਪਏਗਾ। ਕੋਈ ਦਿੱਲੀ 'ਚ ਅੱਜ ਤੱਕ ਕੋਈ ਸੁਣਵਾਈ ਹੈਗੀ ਉਹਨਾਂ ਦੀ ਤੇ ਫਿਰ ਆਉਣ ਵਾਲੇ ਦਿੱਲੀ ਨੇ ਕਿਸੇ ਨਹੀਂ ਪੁੱਛਣਾ ਇਹਨਾਂ ਨੂੰ, ਭਾਵੇਂ ਕਿ ਦਿੱਲੀ ਦੇ ਵਿੱਚ ਜਿੰਨੇ ਮਹਿਕਮੇ ਹੈਗੇ, ਵੱਡੇ ਵੱਡੇ ਮਹਿਕਮੇ ਹੈਗੇ, ਉਹ ਸਾਰੇ ਆਪਣੇ ਦੇ ਕੇਂਦਰ ਕੋਲੇ ਆ। ਤੇ ਜੇ ਵੱਡੀ ਕਾਰਪੋਰੇਸ਼ਨ ਵੀ ਬਣਦੀ ਆ ਤੇ ਵੱਡੀ ਕਾਰਪੋਰੇਸ਼ਨ ਫਿਰ ਮਤਲਬ ਪੈਰਲਲ ਟੂ ਗਵਰਨਮੈਂਟ ਉੱਥੇ ਹੋਏਗੀ। ਜੀ ਬਿਲਕੁਲ। ਸੋ ਭੱਟੀ ਸਾਹਿਬ ਬਹੁਤ ਬਹੁਤ ਧੰਨਵਾਦ ਅੱਜ ਖਬਰਾਂ ਦੇ ਉੱਤੇ ਚਰਚਾ ਜਿਹੜੀ ਆ ਉਹ ਕਰਨ ਵਾਸਤੇ। ਸੋ ਪ੍ਰੋਗਰਾਮ ਕਰੰਟ ਅਫੇਅਰਸ ਦੇ ਵਿੱਚ ਇੰਨਾ ਹੀ। ਫਿਰ ਹੋਵਾਂਗੇ ਹਾਜ਼ਰ, ਇੱਥੇ ਹੀ ਆਗਿਆ ਚਾਹਾਂਗੇ। ਭਲਾਉਣੇ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।